So, the next topic we have to study is the sexually transmitted infections. Infections or diseases which are transmitted through the sexual intercourse are collectively called as the sexually transmitted infections. ठीक है ਜਿਹੜੇ ਇਨਫੈਕਸ਼ਨਸ ਜਾਂ ਫਿਰ ਜਿਹੜੇ ਡਿਸੀਜ਼ਸ ਸੈਕਸ਼ੂਅਲ ਇੰਟਰਕੋਰਸ ਦੇ ਰਾਹੀਂ ਟ੍ਰਾਂਸਮਿਟ ਹੁੰਦੇ ਆ ਉਹਨਾਂ ਨੂੰ ਆਪਾਂ ਸੈਕਸ਼ੂਅਲੀ ਟ੍ਰਾਂਸਮਿਟਡ ਇਨਫੈਕਸ਼ਨਸ ਕਹਿੰਦੇ ਆ ਜਾਂ ਫਿਰ ਵੈਨੇਰੀਅਲ ਡਿਸੀਜ਼ਸ ਕਹਿੰਦੇ ਆ ਔਰ ਰੀਪਰੋਡਕਟਿਵ ਟਰੈਕ ਇਨਫੈਕਸ਼ਨਸ ਕਹਿੰਦੇ ਆ ਠੀਕ ਆ ਇਹਦੇ ਕੁਝ ਐਗਜ਼ਾਮਪਲਸ ਹੈਗੇ ਨੇ So gonorrhea, syphilis, genital herpes, chlamydiasis, genital warts, trichomoniasis ਤੇ AIDS ਇਹ ਕੁਝ ਸੈਕਸ਼ੂਅਲੀ ਟ੍ਰਾਂਸਮਿਟਡ ਇਨਫੈਕਸ਼ਨ ਸੀ। ਹੁਣ ਆਪਾਂ ਦੇਖਦੇ ਹਾਂ ਕਿਹੜੇ ਇਨਫੈਕਸ਼ਨ ਨੂੰ ਕਿਹੜੇ ਮਾਈਕਰੋਬ ਦੇ ਦੁਆਰਾ ਕਰਿਆ ਜਾਂਦਾ। ਗੋਨੋਰੀਆ ਨੂੰ ਕੌਣ ਕਰਦਾ? ਬੈਕਟੀਰੀਆ। ਸਿਫਿਲਿਸ ਵੀ ਬੈਕਟੀਰੀਅਲ ਇਨਫੈਕਸ਼ਨ ਆ, ਆਪਾਂ ਨੇ ਪੜ੍ਹਿਆ ਵੀ ਸੀ ਕਿ ਕਿਹੜਾ ਬੈਕਟੀਰੀਆ ਕਰਦਾ ਹੈਗਾ। ਆਪਾਂ ਨੇ ਪੜ੍ਹਿਆ ਸੀ ਟ੍ਰੈਪੋਨੈਮਾ, ਰਾਈਟ। ਤੇ ਟ੍ਰੈਪੋਨੈਮਾ ਕਿਹਦਾ ਐਗਜ਼ਾਮਪਲ ਸੀਗਾ? ਸਪਾਇਰਲਮ ਦਾ ਐਗਜ਼ਾਮਪਲ ਸੀਗਾ। ਠੀਕ ਆ, ਆਪਾਂ ਨੇ ਬਾਇਓਲੋਜੀਕਲ ਕਲਾਸੀਫਿਕੇਸ਼ਨ ਦੇ ਵਿੱਚ ਪੜ੍ਹਿਆ ਸੀ ਇਹ, ਅਗਰ ਤੁਹਾਨੂੰ ਯਾਦ ਨਾ ਹੋਵੇ। ਜੈਨੇਟਲ ਹਰਪਸ ਵਾਇਰਲ ਡਿਸੀਜ਼ ਆ। ਕਲੈਮਾਈਡੀਆਸਿਸ ਬੈਕਟੀਰੀਅਲ ਡਿਸੀਜ਼ ਆ। ਠੀਕ ਆ, ਜੈਨਾਈਟਲ ਵਾਰਟਸ ਇਹ ਵੀ ਵਾਇਰਲ ਡਿਸੀਜ਼ ਆ। ਟ੍ਰਾਈਕੋਮੋਨੀਆਸਿਸ ਪ੍ਰੋਟੋਜ਼ੋਆ ਹੈ, ਠੀਕ ਹੈ, ਪ੍ਰੋਟੋਜ਼ੋਆ ਦੀ ਤਰ੍ਹਾਂ ਪ੍ਰੋਟੋਜ਼ੋਆ ਦੀ ਦੁਆਰਾ ਕਰਾਇਆ ਜਾਂਦਾ ਹੈਗਾ। ਤੇ ਹੈਪੇਟਾਈਟਿਸ ਬੀ ਜਿਹੜਾ ਹੈਗਾ ਉਹ ਵਾਇਰਲ ਡਿਸੀਜ਼ ਆ। ਤੇ HIV ਕੀ ਆ? ਏਡਸ ਵੀ ਕੀ ਆ? ਉਹ ਵੀ ਵਾਇਰਲ ਡਿਸੀਜ਼ ਆ। ਠੀਕ ਆ, ਹੁਣ ਇਹਦਾ ਆਪਾਂ ਐਗਜ਼ਾਮਪਲ ਦੇਖੇ ਨੇ ਕਿ ਕਿਹੜੇ ਕਿਹੜੇ STIs ਹੈਗੇ ਆ। ਠੀਕ ਆ, ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਕਿਉਰੇਬਲ ਵੀ ਨੇ ਤੇ ਕੁਝ ਇਨਕਿਉਰੇਬਲ ਵੀ ਨੇ। ਇਨਕਿਉਰੇਬਲ ਦੇ ਐਗਜ਼ਾਮਪਲ ਹੈਗੇ ਨੇ 3H। ਠੀਕ ਆ, 3H ਕਿਹੜੇ ਕਿਹੜੇ ਆ? ਹੈਪੇਟਾਈਟਿਸ ਬੀ, HIV AIDS, ਠੀਕ ਹੈ, ਐਂਡ ਜੈਨਾਈਟਲ ਹਰਪਸ ਇਹ ਕੀ ਨੇ? ਇਨਕਿਉਰੇਬਲ STIs ਦੀ। ਠੀਕ ਆ, among these HIV infection is the most dangerous and is discussed in detail in chapter 7। most dangerous ਕਿਹੜਾ ਹੈਗਾ? HIV infection ਆ। ਤੇ chapter 7 ਦੇ ਵਿੱਚ ਡਿਟੇਲ ਦੇ ਵਿੱਚ ਇਹਨੂੰ ਡਿਸਕਸ ਕੀਤਾ ਗਿਆ ਹਿਊਮਨ ਹੈਲਥ ਐਂਡ ਡਿਸੀਜ਼ਸ ਦੇ ਵਿੱਚ। some of these infections like hepatitis B and HIV can also be transmitted। ਇਹਦਾ ਆਪਾਂ ਨੇ ਪਹਿਲਾਂ ਪੜ੍ਹਿਆ ਕਿ ਜਿਹੜੇ ਸੈਕਸ਼ੂਅਲ ਇੰਟਰਕੋਰਸ ਦੇ ਥਰੂ ਟ੍ਰਾਂਸਮਿਟਰ ਹੁੰਦੇ ਆ, ਬਟ ਕੁਝ ਇਨਫੈਕਸ਼ਨਸ ਜਿਹੜੇ ਆ ਜਿਵੇਂ ਕਿ ਹੈਪੇਟਾਈਟਿਸ ਬੀ ਹੋ ਗਿਆ, HIV ਹੋ ਗਿਆ, ਉਹ ਜਿਹੜੇ ਆ ਜੇ ਤੁਸੀਂ ਇੰਜੈਕਸ਼ਨ ਨੀਡਲਸ ਸ਼ੇਅਰ ਕਰੋਗੇ ਇਨਫੈਕਟਡ ਪਰਸਨ ਦੇ ਨਾਲ, ਸਰਜੀਕਲ ਇੰਸਟਰੂਮੈਂਟ ਸ਼ੇਅਰ ਕੀਤੇ ਜਾਣਗੇ ਅਗਰ ਇਨਫੈਕਟਡ ਪਰਸਨ ਦੇ ਨਾਲ, ਠੀਕ ਹੈ, ਜਾਂ ट्रांसफ्यूजन ऑफ ब्लड किया जाऊगा फ्रॉम इन्फेक्टेड पर्सन टू द हेल्दी पर्सन। ठीक है, या इन्फेक्टेड मदर टू फीटस दे मदर टू इन्फेक्टेड मदर तो फीटस तो भी ये हो सकती है। ठीक है, किहड़े हैपेटाइटिस बी ते HIV किहड़े तरीके नाल हो सकती है? शेयरिंग ऑफ इंजेक्शन नीडल्स, सर्जिकल इंस्ट्रूमेंट्स एक्सेट्रा विद इन्फेक्टेड पर्सन, ट्रांसफ्यूजन ऑफ ब्लड और फ्रॉम इन्फेक्टेड मदर टू द फीटस टू। Except for hepatitis B, genital herpes and HIV infections, ਇਹਨਾਂ ਤਿੰਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਜਿਹੜੇ ਡਿਸੀਜ਼ਸ ਦੇ ਉਹ ਕੰਪਲੀਟਲੀ ਕਿਉਰੇਬਲ ਨੇ ਅਗਰ ਉਹਨਾਂ ਨੂੰ अर्ਲੀ ਡਿਟੈਕਟ ਕਰ ਲਿਆ ਜਾਵੇ ਤੇ ਪ੍ਰੋਪਰਲੀ ਉਹਨਾਂ ਨੂੰ ਟਰੀਟ ਕੀਤਾ ਜਾਵੇ। ਠੀਕ ਆ, ਕਿਹੜੇ ਕਿਹੜੇ ਇਨਕਿਉਰੇਬਲ ਨੇ? ਇਨਕਿਉਰੇਬਲ ਹੈਗੇ ਹੈਪੇਟਾਈਟਿਸ B, genital herpes ਤੇ HIV infections। Early symptoms of most of them these are minor and include itching, fluid discharge, slight pain, swellings, etc. in the genital region। ਠੀਕ ਹੈ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਜਿਹੜੇ अर्ਲੀ symptoms ਹੁੰਦੇ ਆ ਉਹ ਕਾਫੀ ਮਾਈਨਰ ਹੁੰਦੇ ਆ, ਕਾਫੀ ਛੋਟੇ अर्ਲੀ symptoms ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਜਿਵੇਂ ਕਿ ਇਚਿੰਗ ਹੋਣਾ, ਠੀਕ ਹੈ, ਜੈਨਾਈਟਲ ਰੀਜਨ ਦੇ ਵਿੱਚ, ਜਾਂ ਉੱਥੋਂ ਫਲੂਇਡ ਡਿਸਚਾਰਜ ਹੋਣਾ, ਉਹਦੇ ਵਿੱਚ ਮਾੜਾ ਮੋਟਾ ਪੇਨ ਹੋਣਾ, ਜਾਂ ਉੱਥੇ ਸਵੈਲਿੰਗ ਹੋਣਾ। ਠੀਕ ਆ, these are the early symptoms। Infected females may often be asymptomatic and hence may remain undetected for long। ਜਿਹੜੇ ਇਨਫੈਕਟਡ ਫੀਮੇਲਸ ਹੁੰਦੀਆਂ ਨੇ ਉਹ ਕੀ ਆ, ਉਹਨਾਂ ਦੇ ਵਿੱਚ ਇੱਦਾਂ ਵੀ ਹੋ ਸਕਦਾ ਕਿ ਸ਼ੁਰੂ ਦੇ ਵਿੱਚ ਉਹਨਾਂ ਨੂੰ ਕੋਈ ਵੀ ਸਿੰਪਟਮਸ ਨਾ ਸ਼ੋ ਹੋ ਰਿਹਾ ਹੋਵੇ ਉਹਨਾਂ ਦੇ ਵਿੱਚ, ਠੀਕ ਹੈ, ਅਤੇ ਲੰਬੇ ਸਮੇਂ ਤੱਕ ਉਹਨਾਂ ਦੇ ਵਿੱਚ ਕੋਈ ਵੀ STI ਜਿਹੜਾ ਡਿਟੈਕਟ ਵੀ ਨਾ ਹੁੰਦਾ ਹੋਵੇ। ਠੀਕ ਹੈ, ਇਨਫੈਕਟਡ ਫੀਮੇਲਸ ਦੇ ਵਿੱਚ ਤਾਂ ਹੋਰ ਵੀ ਔਖਾ ਹੋ ਜਾਂਦਾ ਕਿਉਂਕਿ अर्ਲੀ ਸਿੰਪਟਮਸ अर्ਲੀਅਰ ਡਿਟੈਕਸ਼ਨ ਕਰਨਾ, ਕਿਉਂਕਿ ਉਹਨਾਂ ਦੇ ਵਿੱਚ अर्ਲੀ ਸਿੰਪਟਮ ਸ਼ੋ ਹੀ ਨਹੀਂ ਹੁੰਦੇ ਅਤੇ अर्ਲੀ ਡਿਟੈਕਸ਼ਨ ਵੀ ਨਹੀਂ ਆਪਾਂ ਫਿਰ ਉਹਨਾਂ ਦੇ ਵਿੱਚ ਕਰ ਪਾਉਂਦੇ ਹੈਗੇ। ਐਬਸੈਂਸ ਔਰ ਲੈਸ ਸਿਗਨੀਫਿਕੈਂਟ ਸਿੰਪਟਮਸ ਇਨ ਦ अर्ਲੀ ਸਟੇਜਸ ਆਫ ਇਨਫੈਕਸ਼ਨ ਐਂਡ ਦ ਸੋਸ਼ਲ ਸਟਿਗਮਾ ਅਟੈਚਡ ਟੂ ਦ STIs deter the infected person from going for timely detection and proper treatment। ਤੇ अर्ਲੀ ਡਿਟੈਕਸ਼ਨ ਹੋ ਜਾਏ ਤਾਂ ਬਹੁਤ ਵਧੀਆ ਹੈ ਨਾ, ਆਪਾਂ ਕੰਪਲੀਟਲੀ ਕਿਉਰ ਕਰ ਸਕਦੇ ਹਾਂ ਮੋਸਟ ਆਫ ਦੈਮ ਟੂ। ਠੀਕ ਆ, ਬਟ ਕੁਝ ਕਾਰਨਾਂ ਕਰਕੇ ਨਾ ਇਹਨਾਂ ਦੀ ਟਾਈਮ ਸਮਾਂ ਰਹਿੰਦੇ ਹੀ ਡਿਟੈਕਸ਼ਨ ਨਹੀਂ ਹੋ ਪਾਉਂਦੀ, ਇਸੇ ਕਰਕੇ ਇਹਨਾਂ ਦੀ ਪ੍ਰੋਪਰ ਟਰੀਟਮੈਂਟ ਨਹੀਂ ਹੋ ਪਾਉਂਦੀ। ਹੁਣ ਉਹ ਕਾਰਨ ਕੀ ਨੇ?
ਇੱਕ ਤਾਂ ਬਹੁਤ ਹੀ ਨੈਚੁਰਲ ਜਿਹਾ ਕਾਰਨ ਆ ਕਿ ਸ਼ੁਰੂ ਦੇ ਵਿੱਚ ਕੀ ਫੀਮੇਲ ਦੇ ਵਿੱਚ ਸਿਮਟਮ ਜ਼ਿਆਦਾ ਐਬਸੈਂਟ ਹੀ ਹੁੰਦੇ ਆ, ਜਾਂ ਸ਼ੁਰੂ ਦੇ ਵਿੱਚ ਲੈਸ ਸਿਗਨੀਫਿਕੈਂਟ ਸਿਮਟਮ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਜਿਹਨਾਂ ਨੂੰ ਦੇਖ ਕੇ ਲੱਗਦਾ ਕਿ ਇਹ ਤਾਂ ਉਹੀ ਹੋ ਰਿਹਾ ਹੈਗਾ, ਹੈ ਨਾ, ਕੋਈ ਕਾਰਨ ਨਹੀਂ ਹੋਣਾ। ਤੇ ਨੈਕਸਟ ਇਜ਼ ਸੋਸ਼ਲ ਸਟਿਗਮਾ। ਠੀਕ ਹੈ, ਇੱਕ ਕਲੰਕ ਹੈਗਾ ਗਾ ਸੋਸਾਇਟੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ। ਇਸ ਕਰਕੇ ਇਹਨਾਂ ਕਾਰਨਾਂ ਕਰਕੇ ਹਾਰਲੀ ਡਿਟੈਕਸ਼ਨ ਤੇ ਪ੍ਰੋਪਰ ਟ੍ਰੀਟਮੈਂਟ ਨਹੀਂ ਹੋ ਪਾਉਂਦੀ ਮੋਸਟ ਆਫ ਦਾ ਇੰਡੀਵਿਜੂਅਲਸ ਦੀ। ਠੀਕ ਆ, this could lead to complications later, which include pelvic inflammatory diseases, abortions, stillbirths, ectopic pregnancies, infertility, or even cancer of the reproductive tract. ठीक है, but ਅਗਰ ਤੁਸੀਂ अर्ली डिटेक्शन नहीं कराओगे, प्रॉपर ट्रीटमेंट नहीं कराओगे ਤਾਂ ਤੁਹਾਨੂੰ ਫਿਊਚਰ ਦੇ ਵਿੱਚ ਕੀ ਹੋ ਸਕਦੀਆਂ ਨੇ, ਕੰਪਲੀਕੇਸ਼ਨਸ ਹੋ ਸਕਦੀਆਂ ਨੇ। ਠੀਕ ਹੈ, ਕੰਪਲੀਕੇਸ਼ਨਸ ਕਿੱਦਾਂ ਦੀਆਂ ਨੇ? ਕੰਪਲੀਕੇਸ਼ਨ ਦੇ ਵਿੱਚ ਆਉਂਦੇ ਆ ਪੈਲਵਿਕ ਇਨਫਲੇਮੇਟਰੀ ਡਿਸੀਜ਼ਸ ਆਉਂਦੇ ਆ, ਅਬੋਰਸ਼ਨਸ ਆਉਂਦੀਆਂ ਨੇ। ਠੀਕ ਆ, ਤੇ ਅਬੋਰਸ਼ਨ ਮਿਸਕੈਰੇਜ ਹੋ ਜਾਂਦਾ ਹੈਗਾ, ਨੈਚੁਰਲ ਅਬੋਰਸ਼ਨ ਦੀ ਗੱਲ ਕੀਤੀ ਹੈ ਇੱਥੇ। ਸਟਿਲ ਬਰਥ, ਡੈਡ ਬੇਬੀ ਦਾ ਬਰਥ ਹੁੰਦਾ ਗਾ। ਠੀਕ ਆ, ਔਰ ਐਕਟੋਪਿਕ ਪ੍ਰੈਗਨੈਂਸੀ ਮਤਲਬ ਕਿ ਜਿਹੜੀ ਇੰਪਲਾਂਟੇਸ਼ਨ ਆ ਉਹ ਯੂਟਰਸ ਦੀ ਬਜਾਏ ਫੈਲੋਪੀਅਨ ਟਿਊਬ ਦੇ ਵਿੱਚ ਹੋ ਜਾਣੀ, ਜੋ ਕਿ ਬਹੁਤ ਹੀ ਜ਼ਿਆਦਾ ਡੇਂਜਰਸ ਆ। ਠੀਕ ਆ, ਫॉर बोथ द मदर एंड द फीटस। ठीक ਆ, ਤੇ ਇਨਫਰਟੀਲਿਟੀ ਹੋ ਜਾਣੀ, ਜਾਂ ਈਵਨ ਰਿਪਰੋਡਕਟਿਵ ਟ੍ਰੈਕਟ ਦਾ ਇਨਫੈਕਸ਼ਨ, ਕੈਂਸਰ ਹੋ ਜਾਣਾ। ਦੀਜ਼ ਆਰ ਦ ਲੇਟਰ ਕੰਪਲੀਕੇਸ਼ਨਸ। ਠੀਕ ਆ, STIs ਆਰ ਅ ਮੇਜਰ ਥ੍ਰੈਟ ਟੂ ਅ ਹੈਲਦੀ ਸੋਸਾਇਟੀ। ਜਿਹੜੇ ਇੱਕ ਹੈਲਦੀ ਸੋਸਾਇਟੀ ਦੇ ਲਈ, ਇੱਕ ਹੈਲਦੀ ਰਿਪਰੋਡਕਟਿਵ ਹੈਲਦੀ ਸੋਸਾਇਟੀ ਦੇ ਲਈ STIs ਇੱਕ ਬਹੁਤ ਹੀ ਵੱਡਾ ਥ੍ਰੈਟ ਨੇ। ਠੀਕ ਆ, therefore, prevention or early detection and cure of these diseases are given prime consideration under the reproductive health care programs। ਠੀਕ ਹੈ, ਇਸ ਕਰਕੇ reproductive health care programs ਦੇ ਵਿੱਚ ਹੀ, ਠੀਕ ਆ, ਜਿਹੜੇ STIs ਨੇ ਉਹਨਾਂ ਨੂੰ ਬਹੁਤ ਹੀ ਵੱਡਾ ਅਹੁਦਾ ਦਿੱਤਾ ਗਿਆ ਹੈਗਾ। ਮਤਲਬ ਇਹਨਾਂ ਨੂੰ ਕਿਉਰ, ਇਹਨਾਂ ਦੀ ਡਿਟੈਕਸ਼ਨ ਦੇ ਲਈ ਬਹੁਤ ਹੀ ਜ਼ਿਆਦਾ ਸਟੈਪਸ ਲਏ ਗਏ ਆ। ਠੀਕ ਹੈ, ਅਰਲੀ ਡਿਟੈਕਸ਼ਨ ਦੇ ਲਈ ਅਤੇ ਇਹਨਾਂ ਦੀ ਕਿਉਰ ਨੂੰ ਪ੍ਰਾਈਮ ਕੰਸੀਡਰੇਸ਼ਨ ਦਿੱਤੀ ਗਈ ਆ। ਠੀਕ ਆ, ਦੋ ਆਲ ਦ ਪਰਸਨਸ ਆਰ ਵਲਨਰੇਬਲ ਟੂ ਥੀਸ ਇਨਫੈਕਸ਼ਨਸ। ਠੀਕ ਹੈ, ਹਾਲਾਂਕਿ ਇਹਨਾਂ ਇਨਫੈਕਸ਼ਨਸ ਤੋਂ ਸਾਰੇ ਲੋਕ ਹੀ ਵਲਨਰੇਬਲ ਹੁੰਦੇ ਆ, ਬਟ ਸਭ ਤੋਂ ਜ਼ਿਆਦਾ ਆਪਾਂ ਨੂੰ STIs ਦੇ ਇੰਸੀਡੈਂਸਿਸ ਦੇਖਣ ਨੂੰ ਮਿਲਦੇ ਨੇ ਇਨ ਦ ਏਜ ਗਰੁੱਪ 15 to 24 ਈਅਰਸ। 15 to 24 ਈਅਰਸ ਦੇ ਏਜ ਗਰੁੱਪ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਇਹਨਾਂ ਦੇ ਕੇਸਿਸ STIs ਦੇ। ਠੀਕ ਆ, ਤੇ ਇਸ ਏਜ ਗਰੁੱਪ 'ਚ ਤਾਂ ਓਬਵੀਅਸਲੀ ਤੁਸੀਂ ਵੀ ਬਿਲੋਂਗ ਕਰਦੇ ਹੋ। ਠੀਕ ਆ, ਦੇਅਰ ਇਜ਼ no ਰੀਜ਼ਨ ਟੂ ਪੈਨਿਕ, ਬਟ ਇਹਨੂੰ ਇਹਦੀ ਪੈਨਿਕ ਕਰਨ ਦਾ ਕੋਈ ਰੀਜ਼ਨ ਨਹੀਂ ਹੈਗਾ ਕਿ ਹਾਂ ਕਿ ਸਾਨੂੰ ਵੀ STIs ਹੋ ਸਕਦੇ ਆ ਕਿਉਂਕਿ ਅਸੀਂ ਵੀ ਇਸ ਏਜ ਗਰੁੱਪ ਤੋਂ ਬਿਲੋਂਗ ਕਰਦੇ ਹਾਂ। ਪੈਨਿਕ ਨਾ ਕਰੋ। ਠੀਕ ਹੈ, ਬਿਕੋਜ਼ ਇਹਦੀ ਪ੍ਰੀਵੈਂਸ਼ਨ ਕਾਫੀ ਸੌਖੀ ਆ ਅਤੇ ਪੋਸੀਬਲ ਆ। ਠੀਕ ਆ, one could be free of these infections by following the simple principles। ਠੀਕ ਆ, ਆਪਾਂ ਇਹਨਾਂ ਇਨਫੈਕਸ਼ਨਸ ਤੋਂ ਬਚ ਸਕਦੇ ਆ ਫੋਲੋਇੰਗ 3 ਪ੍ਰਿੰਸੀਪਲਸ ਤੋਂ ਫੋਲੋ ਕਰਕੇ। ਠੀਕ ਆ, ਫਸਟ ਇਜ਼ ਕਿ ਤੁਸੀਂ ਅਨਨੋਨ ਪਾਰਟਨਰਸ ਦੇ ਨਾਲ ਜਾਂ ਮਲਟੀਪਲ ਪਾਰਟਨਰਸ ਦੇ ਨਾਲ ਸੈਕਸ ਕਰਨਾ ਅਵੋਇਡ ਕਰੋ। ਠੀਕ ਆ, ਸਿਰਫ ਇੱਕ ਪਰਸਨ ਚੂਜ਼ ਕਰੋ। ਠੀਕ ਆ, ਬੀ ਲੋਇਲ। ਆਲਵੇਜ਼ ਟਰਾਈ ਟੂ ਯੂਜ਼ ਕੌਂਡਮਸ ਡਿਊਰਿੰਗ ਕੁਆਰਟਰਸ। ਠੀਕ ਹੈ, ਜਿਵੇਂ ਤਾਂ ਆਪਾਂ ਨੇ ਕੌਂਡਮ ਦੇ ਕੇਸ ਦੇ ਵਿੱਚ ਪੜ੍ਹਿਆ ਸੀ ਕਿ ਕੌਂਡਮਸ ਜਿਹੜੇ ਅੱਜ ਕੱਲ੍ਹ ਬਹੁਤ ਜ਼ਿਆਦਾ ਪੋਪੂਲਰਾਈਜ਼ ਹੋ ਚੁੱਕੇ ਆ, ਕਿਉਂਕਿ ਇਹ ਕੀ ਆ, ਸੈਕਸ਼ੁਅਲੀ ਟ੍ਰਾਂਸਮਿਟਡ ਡਿਸੀਜ਼ਸ ਤੋਂ ਵੀ ਪ੍ਰੀਵੈਂਟ ਕਰਦੇ ਆ। ਠੀਕ ਆ, ਦੇ ਆਰ ਅ ਬੈਰੀਅਰ। ਠੀਕ ਆ, ਤਾਂ ਕਰਕੇ ਫਿਰ ਕੁਆਰਟਰਸ ਵੇਲੇ ਕੌਂਡਮ ਨੂੰ ਯੂਜ਼ ਕਰਨਾ should be good thing, it should be supported and it should be done। ठीक है, in case of doubt one should go to unqualified doctor for early detection and get complete treatment if diagnosed with infection। ठीक है, अगर तो डाउट लगे कि ਤੁਹਾਨੂੰ ਕੋਈ ਨਾ ਕੋਈ ਸਿਮਟਮ, ਸਵੈਲਿੰਗ, ਫਲੂਇਡ ਡਿਸਚਾਰਜ, ਕੋਈ ਨਾ ਕੋਈ ਸਿਮਟਮ ਲੱਗੇ ਤਾਂ ਤੁਹਾਨੂੰ ਕੀ ਆ, ਇੱਕ ਕੁਆਲੀਫਾਈਡ ਡਾਕਟਰ ਕੋਲ ਜਾਣਾ ਚਾਹੀਦਾ ਹੈਗਾ। ਉਹਨੂੰ ਦੱਸਣਾ ਚਾਹੀਦਾ ਕਿ ਤੁਹਾਨੂੰ ਕੀ ਹੋ ਰਿਹਾ, ਕੀ ਫੀਲ ਹੋ ਰਿਹਾ ਹੈਗਾ। ਠੀਕ ਆ, अर्ली डिटेक्शन ਦੇ ਲਈ। ਠੀਕ ਆ, ਐਂਡ ਉਹ ਤੋਂ ਕੰਪਲੀਟ ਟ੍ਰੀਟਮੈਂਟ ਲੈਣੀ ਚਾਹੀਦੀ ਆ ਅਗਰ ਤੁਹਾਨੂੰ ਇਨਫੈਕਸ਼ਨ ਹੋਇਆ ਵੀ ਹੋਵੇ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਉਹ ਡਿਟੈਕਟ ਕਰੂਗਾ ਕਿ ਸਿਮਟਮਸ ਅਸਲ ਦੇ ਵਿੱਚ STI ਦੇ ਹੈਗੇ ਵੀ ਆ ਜਾਂ ਨਹੀਂ ਹੈਗੇ, STI ਹੈਗਾ ਵੀ ਆ ਕਿ ਨਹੀਂ ਹੈਗਾ। ਅਗਰ ਇਨਫੈਕਸ਼ਨ ਜਿਹੜਾ ਹੈ ਉਹ ਡਿਟੈਕਟ ਹੋ ਜਾਂਦਾ ਹੈਗਾ ਤਾਂ ਉਹਦੀ ਕੰਪਲੀਟ ਟ੍ਰੀਟਮੈਂਟ ਲੈਣੀ ਚਾਹੀਦੀ ਆ। ਠੀਕ ਆ, ਸੋ ਆਪਣਾ ਨੈਕਸਟ ਟੌਪਿਕ ਹੈਗਾ ਗਾ ਇਨਫਰਟੀਲਿਟੀ। Our discussion on reproductive health is incomplete without a mention of infertility। ठीक है, reproductive health ਦੇ ਉੱਪਰ ਡਿਸਕਸ਼ਨ ਕੀਤੀ ਤਾਂ ਕੀ ਕੀਤੀ ਜੇ ਤੁਸੀਂ ਇਨਫਰਟੀਲਿਟੀ ਨੂੰ ਇਨਕਲੂਡ ਨਾ ਕੀਤਾ। ਠੀਕ ਆ, a large number of couples all over the world including India are infertile। ਠੀਕ ਆ, ਸਾਰੀ ਦੁਨੀਆ ਦੇ ਵਿੱਚ, ਠੀਕ ਹੈ, ਇੰਡੀਆ ਨੂੰ
ਇਨਕਲੂਡ ਕਰਦੇ ਹੋਏ ਕਾਫੀ ਸਾਰੇ ਕਪਲਸ ਜਿਹੜੇ ਆ ਉਹ ਇਨਫਰਟਾਈਲ ਆ, ਉਹ ਕੀ ਆ, ਬੱਚਾ ਪੈਦਾ ਨਹੀਂ ਕਰ ਪਾ ਰਹੇ। ਵੈਸੇ ਇਨਫਰਟੀਲੀ ਆਪਾਂ ਕਿਸੇ ਕਪਲ ਨੂੰ ਇਨਫਰਟਾਈਲ ਕਦੋਂ ਕਹਾਂਗੇ, ਅਗਰ ਉਹ 2 ਸਾਲਾਂ ਤੋਂ ਕੀ ਹੈ ਅਨਪ੍ਰੋਟੈਕਟਡ ਕੁਆਟਸ ਕਰ ਰਿਹਾ, ਅਨਪ੍ਰੋਟੈਕਟਡ ਸੈਕਸ਼ੂਅਲ ਇੰਟਰਕੋਰਸ ਕਰ ਰਿਹਾ ਹੈਗਾ, ਤੇ ਫਿਰ ਵੀ ਉਹ ਬੱਚਾ ਨਹੀਂ ਕਰ ਪਾ ਰਿਹਾ, ਤਾਂ ਉਹ ਕਪਲ ਨੂੰ ਆਪਾਂ ਇਨਫਰਟਾਈਲ ਕਹਿ ਸਕਦੇ ਹਾਂ। ਠੀਕ ਆ, ਦੈਟ ਇਜ਼ ਦੇ ਆਰ ਅਨੇਬਲ ਟੂ ਪ੍ਰੋਡਿਊਸ ਚਿਲਡਰਨ ਇਨ ਸਪਾਈਟ ਆਫ ਅਨਪ੍ਰੋਟੈਕਟਡ ਸੈਕਸ਼ੂਅਲ ਕੋਹੈਬਿਟੇਸ਼ਨ। ਠੀਕ ਆ, ਅਨਪ੍ਰੋਟੈਕਟਡ ਸੈਕਸ਼ੂਅਲ ਕੋਹੈਬਿਟੇਸ਼ਨ ਤੋਂ ਦੇ ਬਾਵਜੂਦ ਵੀ ਉਹ ਕੀ ਹੈ ਬੱਚਾ ਨਹੀਂ ਕਰ ਪਾ ਰਹੀ। ਦ ਰੀਜ਼ਨਸ ਫॉर ਦਿਸ ਕੁਡ ਬੀ ਮੈਨੀ। ਠੀਕ ਹੈ, ਇਹਦੇ ਰੀਜ਼ਨਸ ਕਾਫੀ ਹੋ ਸਕਦੇ ਆ। ਫਿਜ਼ੀਕਲ ਰੀਜ਼ਨ ਹੋ ਸਕਦਾ, ਕੌਨਜੈਨਿਟਲ ਰੀਜ਼ਨ ਹੋ ਸਕਦਾ, ਕੋਈ ਵੀ ਡਿਸੀਜ਼ ਹੋ ਸਕਦਾ। ਠੀਕ ਆ, ਉਹ ਡਰੱਗਸ ਵੀ ਰੀਜ਼ਨ ਹੋ ਸਕਦੇ ਆ, ਤੇ ਇਮਿਊਨੋਲੋਜੀਕਲ ਤੇ ਸਾਈਕੋਲੋਜੀਕਲ ਰੀਜ਼ਨਸ ਵੀ ਹੋ ਸਕਦੇ ਆ। ਠੀਕ ਹੈ, ਫਿਜ਼ੀਕਲ ਮਤਲਬ ਉਹ ਫਿਜ਼ੀਕਲ ਹੀ ਫਰਟਾਈਲ ਲੱਗ ਗਿਆ, ਗੈਮੀਟ ਫਾਰਮੇਸ਼ਨ ਉਹਦੇ ਵਿੱਚ ਸਹੀ ਨਹੀਂ ਹੋ ਰਹੀ, ਏਜ਼ੋਸਪਰਮੀਆ ਵਗੈਰਾ ਹੋ ਗਿਆ। ਤੇ ਕੋਈ ਵੀ ਕੌਨਜੈਨਾਈਟਲ ਮਤਲਬ ਇਨਹੈਰੀਟਡ ਰੀਜ਼ਨ ਵੀ ਹੋ ਸਕਦਾ ਕੋਈ। ਠੀਕ ਹੈ, ਸੈਕਸ਼ੂਅਲੀ ਟ੍ਰਾਂਸਮਿਟਡ ਡਿਸੀਜ਼ਸ ਵੀ ਹੋ ਸਕਦੇ ਆ, ਤੇ ਉਹ ਡਰੱਗਸ ਵੀ ਹੈਗੇ ਆ ਕੁਝ ਜਿਹੜੇ ਮਿਸਕੈਰੇਜ ਐਂਡ ਆਲ ਸਭ ਕੁਝ ਕਰਦੇ ਆ। ਠੀਕ ਆ, ਤੇ ਇਮਿਊਨੋਲੋਜੀਕਲ ਰੀਜ਼ਨ ਵੀ ਹੋ ਸਕਦਾ, ਤੇ ਸਾਈਕੋਲੋਜੀਕਲ ਰੀਜ਼ਨ ਵੀ ਹੋ ਸਕਦਾ। ਠੀਕ ਆ, ਇਨ ਇੰਡੀਆ ਆਫਨ ਦ ਫੀਮੇਲ ਇਜ਼ ਬਲੇਮਡ ਫॉर ਦ ਕਪਲ ਬੀਇੰਗ ਚਾਈਲਡਲੈਸ। ਠੀਕ ਹੈ, ਇੰਡੀਆ ਦੇ ਵਿੱਚ ਜ਼ਿਆਦਾਤਰ ਟਾਈਮਸ ਫੀਮੇਲ ਨੂੰ ਹੀ ਬਲੇਮ ਕੀਤਾ ਜਾਂਦਾ ਹੈਗਾ। ਅਗਰ ਜਿਹੜਾ ਕਪਲ ਆ ਉਹਦੇ ਬੱਚਾ ਨਾ ਹੋ ਰਿਹਾ ਹੋਵੇ ਤਾਂ ਫੀਮੇਲ ਨੂੰ ਬਲੇਮ ਕੀਤਾ ਜਾਂਦਾ, ਬਟ ਮੋਰ ਆਫਨ ਦੈਨ ਨੋਟ ਦ ਪ੍ਰੋਬਲਮ ਲਾਈਜ਼ ਇਨ ਦ ਮੇਲ ਪਾਰਟਨਰ। ਬਟ ਮੋਸਟ ਆਫ ਦ ਟਾਈਮ ਜਿਹੜੀ ਪ੍ਰੋਬਲਮ ਆ ਉਹ ਫੀਮੇਲ ਦੇ ਵਿੱਚ ਨਹੀਂ ਹੁੰਦੀ, ਮੇਲ ਪਾਰਟਨਰ ਦੇ ਵਿੱਚ ਹੁੰਦੀ ਆ। Specialized healthcare units, infertility clinics, etc., could help in diagnosis and correct treatment of some of these disorders and enable these couples to have children। ਠੀਕ ਆ, ਸਪੈਸ਼ਲਾਈਜ਼ਡ ਹੈਲਥ ਕੇਅਰ ਯੂਨਿਟਸ ਜਿਹੜੇ ਆ ਖੁੱਲ੍ਹੇ ਗਏ ਆ, ਜਿਹਨਾਂ ਨੂੰ ਆਪਾਂ ਇਨਫਰਟੀਲਿਟੀ ਕਲੀਨਿਕਸ ਕਹਿੰਦੇ ਆ, ਜੋ ਕਿ ਸਹੀ ਡਾਇਗਨੋਸਿਸ ਕਰਦੇ ਕਿ ਬੱਚਾ ਕਿਉਂ ਨਹੀਂ ਹੋ ਰਿਹਾ, ਕੀ ਕਾਰਨ ਹੋ ਸਕਦਾ ਹੈਗਾ। ਠੀਕ ਆ, ਇੱਦਾਂ ਵੀ ਹੋ ਸਕਦਾ ਕਿ ਦੋਨੋਂ ਫਰਟਾਈਲ ਹੋਣ ਬਟ ਉਹ ਕੁਆਟਸ ਹੀ ਗਲਤ ਤੇ ਕਰ ਰਹੇ ਹੋਣ। ਠੀਕ ਹੈ, ਉਹ ਕੁਆਟਸ ਫਰਟੀਲਿਟੀ ਪੀਰੀਅਡ ਦੇ ਦੌਰਾਨ ਨਾ ਕਰ ਰਹੇ ਹੋਣ, ਇਸ ਕਰਕੇ ਸਪਰਮ ਤੇ ਓਵਾ ਸਹੀ ਟਾਈਮ 'ਤੇ ਸਹੀ ਜਗ੍ਹਾ 'ਤੇ ਮੀਟ ਨਾ ਕਰ ਪਾ ਰਹੇ ਹੋਣ। ਠੀਕ ਹੈ, ਤੇ ਇਹ ਸਪੈਸ਼ਲਾਈਜ਼ ਜਿਹੜੇ ਇਹ ਹੈਲਥ ਕੇਅਰ ਯੂਨਿਟਸ ਇਹ ਕੀ ਹੈ ਡਾਇਗਨੋਸ ਕਰਨ ਦੇ ਵਿੱਚ ਡਾਇਗਨੋਸ ਕਰਦੇ ਆ ਕਿ ਕਿਉਂ ਨਹੀਂ ਬੱਚਾ ਹੋ ਰਿਹਾ। ਠੀਕ ਆ, ਤੇ ਇਹਨਾਂ ਵੀ ਫਿਰ ਡਾਇਗਨੋਸ ਕਰਕੇ ਕਰੈਕਟ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਆ ਇਹਨਾਂ ਡਿਸਆਰਡਰਸ ਨੂੰ, ਜਿਹਦੇ ਨਾਲ ਕਿ ਜਿਹੜਾ ਕਪਲ ਆ ਉਹ ਕੀ ਆ ਬੱਚੇ ਜੰਮ ਸਕਦਾ। ਠੀਕ ਆ, ਤੇ ਬੱਚਾ ਹੋ ਸਕਦਾ। ਠੀਕ ਆ, ਹਾਊਐਵਰ ਵੇਅਰ ਸਚ ਕਰੈਕਸ਼ਨਸ ਆਰ ਨਾਟ ਪੋਸੀਬਲ, ਪਰ ਕੁਝ ਹੁਣ ਸਾਰੇ ਕਿਤੇ ਤਾਂ ਇੱਦਾਂ ਛੋਟੇ ਮੋਟੇ ਕਰੈਕਸ਼ਨਸ ਨਾਲ ਨਹੀਂ ਹੋ ਸਕਦਾ, ਕਿਤੇ ਕੋਈ ਵੱਡੀ ਪ੍ਰੋਬਲਮ ਵੀ ਹੋ ਸਕਦੀ ਆ। ਠੀਕ ਹੈ, ਤਾਂ ਕਪਲਸ ਨੂੰ ਆਪਾਂ ਅਸਿਸਟ ਕਰ ਸਕਦੇ ਆ। ਠੀਕ ਹੈ, ਸਪੈਸ਼ਲ ਟੈਕਨੀਕਸ ਦੇ ਨਾਲ। ਠੀਕ ਹੈ, ਇਹਨਾਂ ਟੈਕਨੀਕਸ ਨੂੰ ਕੀ ਕਿਹਾ ਜਾਂਦਾ ਗਾ, ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ। ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਦੀ ਹੈਲਪ ਦੇ ਨਾਲ ਕਪਲ ਨੂੰ ਅਸਿਸਟ ਕੀਤਾ ਜਾ ਸਕਦਾ ਬੱਚਾ ਕਰਨ ਦੇ ਲਈ। ਠੀਕ ਆ, ਫਸਟ ਇਜ਼ ਇਨ ਵਿਟਰੋ ਫਰਟੀਲਾਈਜੇਸ਼ਨ, ਜਿਹਨੂੰ ਕਿ ਟੈਸਟ ਟਿਊਬ ਬੇਬੀ ਪ੍ਰੋਗਰਾਮ ਕਿਹਾ ਜਾਂਦਾ। ਠੀਕ ਆ, ਸੋ ਇਨ ਵਿਟਰੋ ਫਰਟੀਲਾਈਜੇਸ਼ਨ ਕੀ ਹੁੰਦੀ ਆ, ਬੋਡੀ ਤੋਂ ਬਾਹਰ ਦੋਨੋਂ ਗੈਮੀਟਸ ਦੀ ਫਰਟੀਲਾਈਜੇਸ਼ਨ ਕਰਵਾਉਣੀ। ਠੀਕ ਹੈ, ਉਹਨਾਂ ਨੂੰ ਸਿਮਿਲਰ ਕੰਡੀਸ਼ਨ ਦੇ ਵਿੱਚ ਫਰਟੀਲਾਈਜੇਸ਼ਨ ਕਰਵਾਉਣੀ, ਉਹੀ ਸਿਮਿਲਰ ਕੰਡੀਸ਼ਨ ਪ੍ਰੋਵਾਈਡ ਕਰਨੇ ਜਿਹੜੇ ਕਿ ਬੋਡੀ ਦੇ ਅੰਦਰ ਹੁੰਦੇ ਆ। ਉਹਦੋਂ ਬਾਅਦ ਐਬਰੀਓ ਨੂੰ ਟ੍ਰਾਂਸਫਰ ਕਰਨਾ ਇਨਸਾਈਡ ਦ ਯੂਟੇਰਸ। ਠੀਕ ਆ, ਇੱਕ ਮੈਥਡ ਆਗਾ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਆ ਇੱਕ। ਠੀਕ ਆ, ਬੋਡੀ ਤੋਂ ਬਾਹਰ ਦੋਨੋਂ ਗੈਮੀਟਸ ਨੂੰ ਲਿਆ ਜਾਂਦਾ, ਉਹਨਾਂ ਨੂੰ ਆਰਟੀਫਿਸ਼ਲੀ ਕੀ ਕਰਿਆ ਜਾਂਦਾ ਹੈਗਾ, ਫਰਟੀਲਾਈਜ਼ ਕਰਿਆ ਜਾਂਦਾ ਆਰਟੀਫਿਸ਼ਲ ਮੀਡੀਅਮ ਦੇ ਵਿੱਚ। ਅਤੇ ਆਰਟੀਫਿਸ਼ਲ ਮੀਡੀਅਮ ਜਿਹੜਾ ਹੈ ਕਾਫੀ ਜ਼ਿਆਦਾ ਸਿਮਿਲਰ ਹੁੰਦਾ ਟੂ ਦ ਬੋਡੀ, ਉਹਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਬੋਡੀ ਦੇ ਵਾਲੀਆਂ ਕੰਡੀਸ਼ਨ ਵਾਂਗ ਦਿੱਤੀਆਂ ਜਾਂਦੀਆਂ ਨੇ। ਫਿਰ ਉਹਦੇ ਬਾਅਦ ਐਬਰੀਓ ਜਿਹੜਾ ਜਦੋਂ ਬਣ ਜਾਂਦਾ ਹੈ ਤਾਂ ਫਿਰ ਉਹ ਐਬਰੀਓ ਨੂੰ ਮਦਰ ਦੇ ਯੂਟੇਰਸ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ। ਠੀਕ ਆ, ਇਨ ਦਿਸ ਮੈਥਡ ਪੋਪੂਲਰਲੀ ਨੋਨ ਐਜ਼ ਦ ਟੈਸਟ ਟਿਊਬ ਬੇਬੀ ਪ੍ਰੋਗਰਾਮ। ਇਹਨੂੰ ਪੋਪੂਲਰਲੀ ਕੀ ਕਿਹਾ ਜਾਂਦਾ ਹੈਗਾ, ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ। ਫਿਰ ਉਹਦੇ ਵਿੱਚ ਕੀ ਹੈ, ਓਵਾ ਕਲੈਕਟ ਕਰਿਆ ਜਾਂਦਾ ਵਾਈਫ ਦਾ ਜਾਂ ਡੋਨਰ ਦਾ। ਵਾਈਫ ਦਾ ਕਰਿਆ ਜਾਊਗਾ ਅਗਰ ਜਿਹੜੀ ਵਾਈਫ ਹੈ ਉਹ ਸਹੀ ਓਵਾ ਬਣਾ ਰਹੀ ਆ, ਉਹਦਾ ਓਵਾ ਕੈਪੇਬਲ ਆ ਫਰਟੀਲਾਈਜੇਸ਼ਨ ਦੇ। ਅਗਰ ਵਾਈਫ ਓਵਾ ਹੀ ਨਹੀਂ ਸਹੀ ਬਣਾ ਰਹੀ, ਠੀਕ ਹੈ, ਤਾਂ ਓਵਾ ਡੋਨਰ ਫੀਮੇਲ ਤੋਂ ਲਿਆ ਜਾ ਸਕਦਾ। ਅਤੇ ਸਪਰਮਸ ਜਿਹੜੇ ਆ ਉਹ ਵੀ ਹਸਬੈਂਡ ਤੋਂ ਲੈ ਜਾਂਦੇ ਆ ਜਾਂ ਫਿਰ ਡੋਨਰ ਤੋਂ ਲਏ ਜਾਂਦੇ ਆ। ਹਸਬੈਂਡ ਤੋਂ ਲੈ ਜਾਂਦੇ ਆ ਅਗਰ ਸਹੀ ਸਪਰਮ ਕਾਊਂਟ ਹੈਗਾ ਗਾ, ਸਹੀ ਸਪਰਮ ਬਣ ਰਹੇ ਆ ਅਤੇ ਉਹ ਮਤਲਬ ਉਹ ਕੀ ਆ ਫਰਟੀਲਿਟੀ ਕਰ ਸਕਦੇ ਆ। ਅਗਰ ਨਹੀਂ ਕਰ ਸਕਦੇ ਤਾਂ ਡੋਨਰ ਮੇਲ ਤੋਂ ਸਪਰਮਸ ਲਏ ਜਾਂਦੇ ਆ। ਠੀਕ ਹੈ, ਉਹਨਾਂ ਨੂੰ ਕਲੈਕਟ ਕਰਿਆ ਜਾਂਦਾ ਅਤੇ ਦੋਨਾਂ ਨੂੰ ਇੰਡਿਊਸ ਕਰਿਆ ਜਾਂਦਾ ਹੈਗਾ ਜ਼ਾਈਗੋਟ ਬਣਾਉਣ ਦੇ ਲਈ। ਠੀਕ ਹੈ, ਅਤੇ ਜ਼ਾਈਗੋਟ ਬਣਾਉਣ ਦੇ ਲਈ ਇਹਨਾਂ ਨੂੰ ਕੀ ਹੈ ਬਹੁਤ ਹੀ ਜ਼ਿਆਦਾ ਸਿਮਿਲਰ ਕੰਡੀਸ਼ਨਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸਿਮਿਲਰ ਕੰਡੀਸ਼ਨ ਪ੍ਰੋਵਾਈਡ ਕੀਤੀਆਂ ਜਾਂਦੀਆਂ ਲੈਬੋਰੇਟਰੀ ਦੇ ਵਿੱਚ।
ਫਿਰ ਜ਼ਾਈਗੋਟ ਨੂੰ ਜਾਂ ਫਿਰ ਅਰਲੀ ਐਬਰੀਓ ਮਤਲਬ ਜਦੋਂ ਉਹਦੇ ਵਿੱਚ ਸਿਰਫ 8 ਬਲਾਸਟੋਮੀਅਰਸ ਆਏ ਹੋਣ, ਹੁਣ ਆਪਾਂ ਕੀ ਕਹਿੰਦੇ ਆ, ਜਦੋਂ 8 ਬਲਾਸਟੋਮੀਅਰ ਸਟੇਜ ਹੁੰਦੀ ਉਹਨੂੰ ਆਪਾਂ ਬੋਰੀਓਲਾ ਕਹਿੰਦੇ ਆ, ਠੀਕ ਹੈ। ਆਪਾਂ ਕੀ ਕਹਿ ਸਕਦੇ ਆ, ਜ਼ਾਈਗੋਟ ਨੂੰ ਜਾਂ ਫਿਰ ਬੋਰੀਓਲਾ ਨੂੰ ਕੀ ਆ ਟ੍ਰਾਂਸਫਰ ਕਰਿਆ ਜਾਂਦਾ ਹੈਗਾ ਫੈਲੋਪੀਅਨ ਟਿਊਬ ਦੇ ਵਿੱਚ, ਠੀਕ ਆ। ਆਪਾਂ ਨੂੰ ਪਤਾ ਜ਼ਾਈਗੋਟ ਵੀ ਫੈਲੋਪੀਅਨ ਟਿਊਬ ਦੇ ਵਿੱਚ ਹੀ ਹੁੰਦਾ ਤੇ ਬੋਰੀਓਲਾ ਵੀ ਫੈਲੋਪੀਅਨ ਟਿਊਬ ਦੇ ਵਿੱਚ ਹੀ ਹੁੰਦਾ ਹੈਗਾ। ਯੂਟਰਸ ਦੇ ਵਿੱਚ ਕਿਹਦੀ ਪਲਾਂਟੇਸ਼ਨ ਹੁੰਦੀ ਆ, ਬਲਾਸਟੋਸਿਸਟ ਦੀ। ਬਲਾਸਟੋਸਿਸਟ ਕੀ ਆ 16 to 32 ਸੈਲ ਸਟੇਜ ਹੁੰਦੀ ਆ, ਠੀਕ ਹੈ। ਐਬਰੀਓ ਦੀ ਅਰਲੀ ਐਬਰੀਓ ਮਤਲਬ ਅਪ ਟੂ 8 ਸੈਲ ਸਟੇਜ, ਜਾਂ ਫਿਰ ਜ਼ਾਈਗੋਟ ਨੂੰ ਕੀ ਆ ਫੈਲੋਪੀਅਨ ਟਿਊਬ ਦੇ ਵਿੱਚ ਟ੍ਰਾਂਸਫਰ ਕਰਿਆ ਜਾਂਦਾ, ਤੇ ਇਸ ਟੈਕਨੀਕ ਨੂੰ ਆਪਾਂ ਕਹਿੰਦੇ ਆ ਜ਼ਿਫਟ, ਠੀਕ ਹੈ, ਜ਼ਾਈਗੋਟ ਇੰਟਰਾਫੈਲੋਪੀਅਨ ਟ੍ਰਾਂਸਫਰ। ਤੇ ਅਗਰ ਜਿਹੜਾ ਐਂਬਰੀਓ ਹੈ ਉਹਦੇ ਕੋਲ 8 ਤੋਂ ਵੱਧ ਬਲਾਸਟੋਮੀਅਰਸ ਉਹਦੇ ਬਣ ਗਏ ਹੋਣ ਤਾਂ ਉਹਨੂੰ ਯੂਟੇਰਸ ਦੇ ਵਿੱਚ ਟ੍ਰਾਂਸਫਰ ਕਰਿਆ ਜਾਂਦਾ, ਤੇ ਇਸ ਨੂੰ ਆਪਾਂ ਕਹਿੰਦੇ ਆ ਇੰਟਰਾ ਯੂਟੇਰਾਈਨ ਟ੍ਰਾਂਸਫਰ, ਠੀਕ ਹੈ। ਉਹਦੀ ਫਰਦਰ ਡਿਵੈਲਪਮੈਂਟ ਨੂੰ ਕੰਪਲੀਟ ਕਰਨ ਦੇ ਲਈ, ਕਿਉਂਕਿ ਹਜੇ ਵੀ ਆਪਾਂ ਇੰਨਾ ਪ੍ਰੋਗਰੈਸ ਤਾਂ ਨਹੀਂ ਕਰ ਪਾਏ ਕਿ ਆਪਾਂ ਸਾਰੀ ਦੀ ਸਾਰੀ ਡਿਵੈਲਪਮੈਂਟ ਹੀ ਟੈਸਟ ਟਿਊਬ ਦੇ ਵਿੱਚ ਕਰਾ ਦਈਏ, ਆਊਟ ਆਫ ਦ ਬੋਡੀ ਕਰਾ ਦਈਏ। ਆਊਟ ਆਫ ਦ ਬੋਡੀ ਆਪਾਂ ਫਰਟੀਲਾਈਜੇਸ਼ਨ ਕਰਾ ਦਿੰਦੇ ਆਗੇ, ਇਨ ਵਿਟਰੋ ਫਰਟੀਲਾਈਜੇਸ਼ਨ ਕਰਾ ਦਿੰਦੇ ਆਗੇ, ਠੀਕ ਹੈ। ਬਟ ਥੋੜ੍ਹਾ ਮੋਟਾ ਜਦੋਂ ਐਬਰੀਓ ਬਣ ਜਾਂਦਾ ਹੈਗਾ ਉਹਨੂੰ ਕੀ ਹੈ, ਮਦਰ ਦੀ ਬੋਡੀ ਦੇ ਵਿੱਚ ਹੀ, ਅਗਰ ਮਦਰ ਜਿਹੜੀ ਆ ਉਹ ਕੀ ਆ ਸਹੀ ਆ, ਉਹਦਾ ਯੂਟਰਸ ਸਹੀ ਆ, ਉਹਦੇ ਵਿੱਚ ਇੰਪਲਾਂਟੇਸ਼ਨ ਹੋ ਸਕਦੀ ਆ, ਬੇਬੀ ਨੂੰ ਕੈਰੀ ਕਰ ਸਕਦਾ ਅਗਰ ਉਹਦਾ ਯੂਟਰਸ, ਤਾਂ ਮਦਰ ਦੀ ਬੋਡੀ ਦੇ ਵਿੱਚ ਹੀ ਜ਼ਾਈਗੋਟ ਨੂੰ ਜਾਂ ਫਿਰ ਐਬਰੀਓ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ। ਜ਼ਾਈਗੋਟ ਨੂੰ ਜਾਂ ਫਿਰ ਅਰਲੀ ਐਬਰੀਓ ਨੂੰ ਅਪ ਟੂ 8 ਬਲਾਸਟੋਮੀਅਰਸ ਫੈਲੋਪੀਅਨ ਟਿਊਬ ਦੇ ਵਿੱਚ ਟ੍ਰਾਂਸਫਰ ਕਰਿਆ ਜਾਊਗਾ, ਤੇ 8 ਬਲਾਸਟੋਮੀਅਰਸ ਤੋਂ ਵੱਧ ਅਗਰ ਐਬਰੀਓ ਦੇ ਕੋਲ ਹੈਗਾ ਤਾਂ ਉਹਨੂੰ ਯੂਟਰਸ ਦੇ ਵਿੱਚ ਟ੍ਰਾਂਸਫਰ ਕਰਿਆ ਜਾਊਗਾ, ਠੀਕ ਆ। ਫਰਦਰ ਡਿਵੈਲਪਮੈਂਟ ਦੇ ਲਈ ਐਬਰੀਓ ਫਾਰਮਡ ਬਾਈ ਇਨ ਵਿਵੋ ਫਰਟੀਲਾਈਜੇਸ਼ਨ, ਠੀਕ ਆ, also could be used for such transfer to assist those females who cannot conceive। ਕੁਝ ਫੀਮੇਲਸ ਹੁੰਦੇ ਆ ਉਹ ਕੀ ਆ ਸਹੀ ਉਹ ਬਣਾਉਂਦੇ ਆ, ਉਹਨਾਂ ਦੇ ਵਿੱਚ ਫਰਟੀਲਾਈਜੇਸ਼ਨ ਵੀ ਹੋ ਜਾਂਦੀ ਹੈ, ਬਟ ਉਹਨਾਂ ਦਾ ਜਿਹੜਾ ਯੂਟਰਸ ਹੁੰਦਾ ਨਾ ਉਹ ਸਹੀ ਨਹੀਂ ਹੁੰਦਾ, ਉਹ ਕੈਪੇਬਲ ਨਹੀਂ ਹੁੰਦਾ ਟੂ ਕੈਰੀ ਅ ਚਾਈਲਡ, ਉਹਦੇ ਵਿੱਚ ਸਹੀ ਐਂਡੋਮੀਟਰੀਅਮ ਨਹੀਂ ਬਣ ਰਿਹਾ ਹੁੰਦਾ, ਸਹੀ ਜਿਹੜੇ ਇਵੈਂਟਸ ਨੇ ਉਹ ਟੇਕ ਪਲੇਸ ਨਹੀਂ ਕਰ ਰਹੇ ਹੁੰਦੇ, ਇਸ ਕਰਕੇ ਮੋਰ ਆਫਨ ਉਹਦੇ ਵਿੱਚ ਮਿਸਕੈਰੇਜ ਹੋ ਜਾਂਦੇ ਆ। ਇਸ ਕਰਕੇ ਆਪਾਂ ਕੀ ਆ, ਫਰਟੀਲਾਈਜੇਸ਼ਨ ਤਾਂ ਫੀਮੇਲ ਦੇ ਵਿੱਚ ਇਨ ਵੀਵੋ ਹੋ ਜਾਂਦੀ ਆ, ਠੀਕ ਹੈ, ਸੈਕਸ਼ੁਅਲ ਨੈਚੁਰਲੀ ਜਿੱਦਾਂ ਸੈਕਸ਼ੁਅਲ ਇੰਟਰਕੋਰਸ ਦੇ ਥਰੂ ਫਰਟੀਲਾਈਜੇਸ਼ਨ ਉਹਦੇ ਵਿੱਚ ਹੋ ਜਾਂਦੀ ਆ, ਬਟ ਫਰਦਰ ਡਿਵੈਲਪਮੈਂਟ ਆਪਾਂ ਉਸ ਫੀਮੇਲ ਦੇ ਵਿੱਚ ਮਦਰ ਦੇ ਵਿੱਚ ਨਹੀਂ ਕਰਾ ਸਕਦੇ। ਇਸ ਕਰਕੇ ਆਪਾਂ ਕੀ ਹੈ ਕਿ ਉਸ ਹੋਰ ਮਦਰ ਦੇ ਵਿੱਚ ਜਿਹਨੂੰ ਆਪਾਂ ਸਰੋਗੇਟ ਮਦਰ ਕਹਿੰਦੇ ਆ, ਉਹਦੇ ਵਿੱਚ ਉਹਨੂੰ ਐਬਰੀਓ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ। ਤੇ ਇਹਦੇ ਨਾਲ ਉਹ ਫੀਮੇਲ ਨੂੰ ਅਸਿਸਟ ਕੀਤਾ ਜਾਂਦਾ ਜਿਹੜੀ ਕਿ ਕਨਸੀਵ ਨਹੀਂ ਕਰ ਪਾਉਂਦੀ, ਜਿਹਦੇ ਵਿੱਚ ਇੰਪਲਾਂਟੇਸ਼ਨ ਜਾਂ ਪ੍ਰੈਗਨੈਂਸੀ ਐਸਟੈਬਲਿਸ਼ ਨਹੀਂ ਹੋ ਪਾਉਂਦੀ, ਓਕੇ। Transfer of an ovum collected from a donor into the fallopian tube GIFT, gestational fallopian transfer of another female who cannot produce one but can provide suitable environment for fertilization and further development is another method attempted। ਹੁਣ ਦੇਖੋ ਕਾਫੀ ਸਾਰੇ ਕੇਸਿਸ ਨੇ, ਇੱਕ ਤਾਂ ਹੈਗਾ ਕਿ ਅੰਦਰ ਫਰਟੀਲਾਈਜੇਸ਼ਨ ਨਹੀਂ ਹੋ ਰਹੀ, ਫਰਟੀਲਾਈਜੇਸ਼ਨ ਨਾ ਹੋਣ ਦਾ ਕਾਰਨ ਹੋ ਸਕਦਾ ਕਿ ਮੇਲ ਜਿਹੜਾ ਘੱਟ ਸਪਰਮਸ ਪ੍ਰੋਡਿਊਸ ਕਰਦਾ ਹੋਵੇ, ਤਾਂ ਆਰਟੀਫਿਸ਼ਲ ਫਰਟੀਲਾਈਜੇਸ਼ਨ ਕਰਾ ਕੇ ਉਹਨੂੰ ਮਦਰ ਦੇ ਅੰਦਰ ਕੀ ਕਰ ਦੇਣਾ, ਇੰਪਲਾਂਟ ਕਰ ਦੇਣਾ, ਠੀਕ ਆ, ਟ੍ਰਾਂਸਫਰ ਕਰ ਦੇਣਾ ਜ਼ਿਫਟ, ਠੀਕ ਹੈ, ਜਾਂ ਫਿਰ ਇੰਟਰਾਯੂਟਰਾਈਨ ਟ੍ਰਾਂਸਫਰ, ਇਹ ਟੈਕਨੀਕ ਸੀ। ਉਹਦੇ ਬਾਅਦ ਇੱਦਾਂ ਹੋ ਸਕਦਾ, ਠੀਕ ਆ, ਕੁਝ ਕੇਸ ਇੱਦਾਂ ਹੋ ਸਕਦੇ ਆ ਕਿ ਫਰਟੀਲਾਈਜੇਸ਼ਨ ਅੰਦਰ ਹੋ ਰਹੀ ਆ ਬਟ ਮਿਸਕੈਰੇਜ ਹੋ ਰਹੀ ਆ, ਠੀਕ ਆ, ਤਾਂ ਉਹਦੇ ਲਈ ਸਰੋਗੇਟ ਮਦਰ ਨੂੰ ਹਾਇਰ ਕੀਤਾ ਜਾਂਦਾ ਗਾ ਆਪਦੇ ਬੇਬੀ ਕੈਰੀ ਕਰਨ ਦੇ ਲਈ। ਬਟ ਇੱਦਾਂ ਵੀ ਹੋ ਸਕਦਾ ਹੈਗਾ ਕਿ ਜਿਹੜੀ ਮਦਰ ਆ ਉਹ ਕੀ ਆ ਓਵਰ ਪ੍ਰੋਡਿਊਸ ਕਰ ਪਾ ਰਹੀ ਹੋਵੇ, ਬਟ ਉਹ ਕੀ ਆ ਸੁਟੇਬਲ ਕੰਡੀਸ਼ਨਸ ਪ੍ਰੋਵਾਈਡ ਕਰ ਪਾ ਰਹੀ ਹੋਵੇ ਫॉर ਇਟਸ ਡਿਵੈਲਪਮੈਂਟ, ਤਾਂ ਕਿਸੇ ਹੋਰ ਫੀਮੇਲ ਤੋਂ ਓਵਮ ਕਲੈਕਟ ਕਰਕੇ, ਠੀਕ ਆ, ਡੋਨਰ ਤੋਂ ਓਵਮ ਕਲੈਕਟ ਕਰਕੇ ਮਦਰ ਦੀ ਫੈਲੋਪੀਅਨ ਟਿਊਬ ਦੇ ਵਿੱਚ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ। ਇਹਨੂੰ ਆਪਾਂ ਕਹਿੰਦੇ ਗਿਫਟ, ਠੀਕ ਆ, ਗਿਫਟ ਗੈਮੀਟ ਇੰਟਰਾ ਫੈਲੋਪੀਅਨ ਟ੍ਰਾਂਸਫਰ, ਠੀਕ ਆ। ਮਦਰ ਦੀ ਫੈਲੋਪੀਅਨ ਟਿਊਬ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਓਵਮ ਨੂੰ, ਫਿਰ ਉਦੋਂ ਕੀ ਆ ਸੈਕਸ਼ੂਅਲ ਇੰਟਰਕੋਰਸ ਹੁੰਦਾ ਹੈਗਾ ਹਸਬੈਂਡ ਅਤੇ ਵਾਈਫ ਦੇ ਵਿੱਚ, ਠੀਕ ਆ। ਫਿਰ ਉਹਦੇ ਬਾਅਦ ਉਹਦੇ ਵਿੱਚ ਕੀ ਹੋ ਜਾਂਦੀ ਹੈਗੀ, ਫਰਟੀਲਾਈਜੇਸ਼ਨ ਹੋ ਜਾਂਦੀ ਆ, ਬਾਕੀ ਸਭ ਉਹ ਕੰਸੀਵ ਕਰ ਸਕਦੀ ਹੈ, ਇੰਪਲਾਂਟੇਸ਼ਨ ਵਗੈਰਾ ਹੋ ਸਕਦੀ ਹੈ, ਸੁਟੇਬਲ ਕੰਡੀਸ਼ਨ ਪ੍ਰੋਵਾਈਡ ਕਰ ਸਕਦੀ ਹੈ, ਬਸ ਉਹ ਕਿ ਓਵਰ ਨਹੀਂ ਪ੍ਰੋਡਿਊਸ ਕਰ ਪਾ ਰਹੀ ਸੀਗੀ, ਠੀਕ ਆ। ਤਾਂ ਉਦੋਂ ਇਹ ਕੀਤਾ ਜਾ ਰਿਹਾ ਸੀਗਾ, ਤੇ ਉਦੋਂ ਗੈਮੀਟ ਫੈਲੋਪੀਅਨ ਟ੍ਰਾਂਸਫਰ ਆਪਾਂ ਕਰਦੇ ਆ। ਉਹਦੇ ਬਾਅਦ ਹੈਗਾ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ, ਇਹ ਉਦੋਂ ਕੀਤਾ ਜਾਂਦਾ ਜਦੋਂ ਜਿਹੜਾ ਹਸਬੈਂਡ ਆ ਉਹਦਾ ਜਿਹੜਾ ਸਪਰਮ ਕਾਊਂਟ ਆ ਬਹੁਤ ਘੱਟ ਹੋਵੇ, ਠੀਕ ਆ। is another specialized procedure to form an embryo in the laboratory in which a sperm is directly injected into the ovum। In fertility cases,
इधर ओके ओ इतने खत्म आ ठीक है। इंट्रासाइटोप्लाज्मिक स्पर्म इंजेक्शन ਕੀ ਹੈ ਇੱਕ ਸਪੈਸ਼ਲਾਈਜ਼ਡ ਪ੍ਰੋਸੀਜਰ ਆ ਜਿਹਦੇ ਵਿੱਚ ਬੰਦੇ ਦਾ ਸਪਰਮ ਕਾਊਂਟ ਬਹੁਤ ਘੱਟ ਹੁੰਦਾ ਤਾਂ ਉਦੋਂ ਕੀ ਆ ਸਪਰਮ ਨੂੰ ਸਿੱਧਾ ਹੀ ਓਵਮ ਦੇ ਵਿੱਚ ਇੰਜੈਕਟ ਕਰ ਦਿੱਤਾ ਜਾਂਦਾ ਗਾ ਟੈਸਟ ਟਿਊਬ ਦੇ ਵਿੱਚ ਠੀਕ ਆ in the test tube directly the sperm is injected into the ovum and it is called as the intracytoplasmic sperm injection. In fertility cases either due to the inability of the male partner to inseminate ठीक है the female or due to very low sperm count in the ejaculates could be corrected by artificial insemination technique. ਜਿਹੜਾ ਮਿਲ ਪਾਡਲ ਹੈ ਉਹ ਇਨਫਰਟਾਈਲ ਹੋ ਸਕਦਾ ਗਾ ਕਿਉਂਕਿ ਪ੍ਰੋਬੈਬਲੀ ਉਹ ਕੀ ਆ ਇਨਸੈਮੀਨੇਟ ਨਹੀਂ ਕਰ ਪਾ ਰਿਹਾ ਠੀਕ ਆ ਕਈਆਂ ਦੇ ਵਿੱਚ ਉਹ ਹੋ ਜਾਏਗਾ ਪੈਰਿਸ ਇਰੈਕਸ਼ਨ ਦਾ ਡਿਸਆਰਡਰ ਹੁੰਦਾ ਉਹਨਾਂ ਦੀ ਪੈਰਿਸ ਸਹੀ ਇਰੈਕਟ ਨਹੀਂ ਹੋ ਪਾਉਂਦੀ ਇਸ ਕਰਕੇ ਉਹਨਾਂ ਦੇ ਵਿੱਚ ਉਹ ਕੀ ਇਨਸੈਮੀਨੇਸ਼ਨ ਨਹੀਂ ਕਰ ਪਾਉਂਦੇ ਹੈਗੇ ਕਾਫੀ ਮੇਲਸ ਠੀਕ ਆ ਅਤੇ ਜਾਂ ਫਿਰ ਉਹਨਾਂ ਦਾ ਜਿਹੜਾ ਸਭ ਕੁਝ ਸਹੀ ਹੁੰਦਾ ਇਜੈਕੂਲੇਸ਼ਨ ਵੀ ਸਹੀ ਹੁੰਦੀ ਹੈ ਇਨਸੈਮੀਨੇਸ਼ਨ ਵੀ ਸਹੀ ਹੋ ਜਾਂਦੀ ਹੈ ਬਟ ਉਹਨਾਂ ਦਾ ਸਪਰਮ ਕਾਊਂਟ ਬਹੁਤ ਘੱਟ ਹੁੰਦਾ ਠੀਕ ਆ ਤਾਂ ਇਹ ਜਿਹੀਆਂ ਪ੍ਰੋਬਲਮਸ ਨੂੰ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੇ ਨਾਲ ਕਰੈਕਟ ਕੀਤਾ ਜਾ ਸਕਦਾ ਹੈਗਾ In this technique, the semen collected either from the husband or a healthy donor is artificially introduced either into the vagina or into the uterus. ਠੀਕ ਹੈ ਇਹਨੂੰ ਆਪਾਂ ਕੀ ਕਹਿੰਦੇ ਹਾਂ ਇੰਟਰਾ ਯੂਟੇਰਾਈਨ ਇਨਸੈਮੀਨੇਸ਼ਨ ਕਹਿੰਦੇ ਆ ਆਫ ਦ ਫੀਮੇਲ ਅਤੇ ਇਸ ਟੈਕਨੀਕ ਦੇ ਵਿੱਚ ਸੀਮਨ ਨੂੰ ਹਸਬੈਂਡ ਤੋਂ ਜਾਂ ਫਿਰ ਡੋਨਰ ਤੋਂ ਠੀਕ ਹੈ ਹਸਬੈਂਡ ਤੋਂ ਲਿਆ ਜਾਊਗਾ ਅਗਰ ਉਹ ਕੈਪੇਬਲ ਹੈਗਾ ਅਗਰ ਉਹ ਬਿਲਕੁਲ ਹੀ ਕੈਪੇਬਲ ਨਹੀਂ ਹੈਗਾ ਸੀਮਨ ਦੇਣ ਦੇ ਬਿਲਕੁਲ ਹੀ ਮਤਲਬ ਉਹਦੇ ਵਿੱਚੋਂ ਸੀਮਨ ਉਹ ਨਹੀਂ ਦੇ ਪਾ ਰਿਹਾ ਬਹੁਤ ਹੀ ਜ਼ਿਆਦਾ ਡਿਸਆਰਡਰ ਆ ਠੀਕ ਆ ਕੁਝ ਜ਼ਿਆਦਾ ਹੀ ਹੱਦ ਤਾਂ ਡੋਨਰ ਤੋਂ ਲਿਆ ਜਾਂਦਾ ਹੈਗਾ ਜਿਹੜਾ ਸੀਮਨ ਆ ਫਿਰ ਆਰਟੀਫਿਸ਼ੀਅਲੀ ਉਹਨੂੰ ਕੀ ਆ ਫੀਮੇਲ ਦੀ ਵਜਾਈਨਾ ਦੇ ਵਿੱਚ ਇੰਟਰੋਡਿਊਸ ਕਰਿਆ ਜਾਂਦਾ ਹੈਗਾ ਠੀਕ ਹੈ ਵਜਾਈਨਾ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਇੰਟਰੋਡਿਊਸ ਕਰਿਆ ਜਾਂਦਾ ਹੈਗਾ ਇਹਨੂੰ ਆਪਾਂ ਕਹਿੰਦੇ ਹਾਂ ਇੰਟਰਾ ਯੂਟੇਰਾਈਨ ਇਨਸੈਮੀਨੇਸ਼ਨ ਠੀਕ ਆ ਅਤੇ ਆਪਾਂ ਕਹਿ ਸਕਦੇ ਜਿਹੜਾ ਇੰਟਰਾ ਯੂਟੇਰਾਈਨ ਇਨਸੈਮੀਨੇਸ਼ਨ ਆ ਉਹ ਕੀ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੀ ਹੀ ਟੈਕਨੀਕ ਆ ਓਕੇ ਹੁਣ ਆਪਾਂ ਦੇਖ ਲੈਂਦੇ ਇੱਕ ਵਾਰੀ ਕਿਹੜੀ ਕਿਹੜੀਆਂ ਟੈਕਨੀਕਸ ਆਪਾਂ ਨੇ ਕਰੀਆਂ ਨੇ ਫਸਟ ਆਪਾਂ ਕਰੀਆਂ ਨੇ ਇਨ ਵਿਥਰੋ ਫਰਟੀਲਾਈਜੇਸ਼ਨ ਉਹਦੇ ਵਿੱਚ ਕੀ ਆ ਬਾਹਰ ਵਾਈਫ ਤੋਂ ਜਾਂ ਫਿਰ ਡੋਨਰ ਤੋਂ ਅਤੇ ਹਸਬੈਂਡ ਤੋਂ ਜਾਂ ਫਿਰ ਡੋਨਰ ਤੋਂ ਕੀ ਆ ਓਵਮ 'ਤੇ ਸਪਰਮ ਲਿਆ ਜਾਂਦਾ ਅਤੇ ਉਹਨਾਂ ਨੂੰ ਫਿਰ ਬਾਹਰ ਕੀ ਕਰਿਆ ਜਾਂਦਾ ਗਾ ਫਿਊਜ਼ ਕਰਾਇਆ ਜਾਂਦਾ ਗਾ ਅਤੇ ਫਿਰ ਉਹਦੋਂ ਬਾਅਦ ਉਹਨੂੰ ਕੀ ਆ ਟ੍ਰਾਂਸਫਰ ਕਰ ਦਿੱਤਾ ਜਾਂਦਾ ਜ਼ਾਈਗੋਟ ਨੂੰ ਟ੍ਰਾਂਸਫਰ ਕਰਿਆ ਜਾਊਗਾ ਫੈਲੋਪੀਅਨ ਟਿਊਬ ਦੇ ਵਿੱਚ ਜਾਂ ਫਿਰ ਐਂਬਰੀਓ ਨੂੰ ਟ੍ਰਾਂਸਫਰ ਕਰਿਆ ਜਾਊਗਾ ਅਪ ਟੂ ਦਾ ਸਟੇਜ ਆਫ ਇੰਟਰਾਸਟੋਪੀਅਨ ਫੈਲੋਪੀਅਨ ਟਿਊਬ ਦੇ ਵਿੱਚ ਅਤੇ ਇਹਨੂੰ ਆਪਾਂ ਕੀ ਕਹਿੰਦੇ ਹਾਂ ਜ਼ਾਈਗੋਟ ਇੰਟਰਾ ਫੈਲੋਪੀਅਨ ਟ੍ਰਾਂਸਫਰ ਕਹਿੰਦੇ ਹਾਂ ਠੀਕ ਆ ਅਤੇ ਅਗਰ ਇੰਟਰਾਸਟੋਪੀਅਨਸ ਤੋਂ ਵੱਧ ਦੀ ਸਟੇਜ ਆ ਤਾਂ ਉਹਨੂੰ ਕੀ ਯੂਟੇਰਸ ਦੇ ਵਿੱਚ ਟ੍ਰਾਂਸਫਰ ਕਰਿਆ ਜਾਊਗਾ ਐਂਬਰੀਓ ਨੂੰ ਠੀਕ ਆ ਅਤੇ ਉਸ ਤੋਂ ਆਪਾਂ ਕੀ ਕਹਿੰਦੇ ਹੈਗੇ ਇੰਟਰਾ ਯੂਟੇਰਾਈਨ ਟ੍ਰਾਂਸਫਰ ਕਹਿੰਦੇ ਹੈਗੇ ਠੀਕ ਹੈ ਇਹ ਟ੍ਰਾਂਸਫਰ ਜਿਹੜਾ ਹੈਗਾ ਫੀਮੇਲ ਦੀ ਮਦਰ ਦੀ ਬੋਡੀ ਦੇ ਵਿੱਚ ਵੀ ਹੋ ਸਕਦਾ ਅਗਰ ਉਹ ਸੁਟੇਬਲ ਕੰਡੀਸ਼ਨਸ ਪ੍ਰੋਵਾਈਡ ਕਰ ਸਕਦੀ ਆ ਅਗਰ ਉਹ ਕੈਰੀ ਕਰ ਸਕਦੀ ਹੈ ਅਗਰ ਉਹ ਕਨਸੀਵ ਕਰ ਸਕਦੀ ਹੈ ਬਟ ਅਗਰ ਉਹ ਨਹੀਂ ਕਰ ਸਕਦੀ ਸਿਰਫ ਓਵਰ ਪ੍ਰੋਡਿਊਸ ਕਰ ਸਕਦੀ ਆ ਠੀਕ ਆ ਤਾਂ ਓਵਰ ਪ੍ਰੋਡਿਊਸ ਕਰਕੇ ਆਰਟੀਫਿਸ਼ੀਅਲੀ ਉਹਨੂੰ ਕੀ ਕਰਕੇ ਕੀ ਕਹਿੰਦੇ ਆ ਮਤਲਬ ਉਹਦੇ ਵਿੱਚ ਇੱਦਾਂ ਵੀ ਪ੍ਰੋਬਲਮ ਹੋ ਸਕਦੀ ਹੈ ਵੀ ਉਹ ਕਨਸੀਵ ਵੀ ਨਹੀਂ ਕਰ ਸਕਦੀ ਅਤੇ ਉਹਦੇ ਵਿੱਚ ਫਰਟੀਲਾਈਜੇਸ਼ਨ ਵੀ ਨਹੀਂ ਹੋ ਰਹੀ ਤਾਂ ਫਰਟੀਲਾਈਜੇਸ਼ਨ ਆਪਾਂ ਨੇ ਆਰਟੀਫਿਸ਼ੀਅਲੀ ਟੈਸਟ ਟਿਊਬ ਦੇ ਵਿੱਚ ਕਰਾਤੀ ਉਹਦੇ ਬਾਅਦ ਕਨਸੀਵ ਕਰਨ ਦੇ ਲਈ ਆਪਾਂ ਨੇ ਇੱਕ ਸਰੋਗੇਟ ਮਦਰ ਹਾਇਰ ਕਰ ਲਈ ਅਤੇ ਉਹਦੇ ਅੰਦਰ ਇਹ ਟ੍ਰਾਂਸਫਰ ਕਰਤਾ ਠੀਕ ਆ ਇਹਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਕੇਸਿਸ ਦੇਖਣ ਨੂੰ ਮਿਲ ਸਕਦੇ ਆ ਫਸਟ ਚੀਜ਼ ਕਿ ਉਹਨਾਂ ਦੇ ਵਿੱਚ ਫਰਟੀਲਾਈਜੇਸ਼ਨ ਨਹੀਂ ਹੋ ਰਹੀ ਠੀਕ ਹੈ ਬਟ ਮਦਰ ਕਨਸੀਵ ਕਰ ਸਕਦੀ ਆ ਤਾਂ ਉਸ ਕੇਸ ਦੇ ਵਿੱਚ ਆਪਾਂ ਫਰਟੀਲਾਈਜੇਸ਼ਨ ਆਰਟੀਫਿਸ਼ੀਅਲੀ ਕਰਾ ਕੇ ਮਦਰ ਦੇ ਅੰਦਰ ਉਹਨੂੰ ਮਤਲਬ ਟ੍ਰਾਂਸਫਰ ਕਰ ਦਾਂਗੇ ਸੈਕਿੰਡ ਉਹ ਫਰਟੀਲਾਈਜੇਸ਼ਨ ਉਹਦੇ ਵਿੱਚ ਨਹੀਂ ਹੋ ਪਾ ਰਹੀ ਅਤੇ ਉਹ ਕਨਸੀਵ ਵੀ ਨਹੀਂ ਕਰ ਸਕਦੀ ਉਹਦਾ ਉਹ ਯੂਟਰਸ ਸੁਟੇਬਲ ਕੰਡੀਸ਼ਨਸ ਨਹੀਂ ਪ੍ਰੋਵਾਈਡ ਕਰ ਸਕਦਾ ਤਾਂ ਉਦੋਂ ਆਪਾਂ ਸਰੋਗੇਟ ਮਦਰ ਦੇ ਵਿੱਚੋਂ ਟ੍ਰਾਂਸਫਰ ਕਰਾਂਗੇ ਉਹਦੋਂ ਬਾਅਦ ਹੈਗਾ ਗਾ ਕਿ ਉਹਨਾਂ ਦੇ ਵਿੱਚ ਫਰਟੀਲਾਈਜੇਸ਼ਨ ਸਹੀ ਹੋ ਰਹੀ ਆ ਠੀਕ ਹੈ ਬਟ ਮਦਰ ਜਿਹੜੀ ਆ ਉਹਦੇ ਵਿੱਚ ਮਿਸਕੈਰੇਜ ਹੋ ਰਹੇ ਆ ਠੀਕ ਹੈ ਉਹ ਸੁਟੇਬਲ ਕੰਡੀਸ਼ਨਸ ਨਹੀਂ ਪ੍ਰੋਵਾਈਡ ਕਰ ਪਾ ਰਹੀ ਠੀਕ ਆ ਪ੍ਰੈਗਨੈਂਸੀ ਐਸਟੈਬਲਿਸ਼ ਕਰਨ ਦੇ ਲਈ ਤਾਂ ਹੋ ਗਿਆ ਇਨਸੈਮੀਨੇਸ਼ਨ ਅੰਦਰ ਹੁੰਦੀ ਆ ਸੈਕਸ਼ੂਅਲ ਕੁਆਇਟਸ ਹੁੰਦਾ ਸੈਕਸ਼ੂਅਲ ਇੰਟਰਕੋਰਸ ਦੇ ਥਰੂ ਇਨ ਵਿਵੋ ਫਰਟੀਲਾਈਜੇਸ਼ਨ ਹੁੰਦੀ ਆ ਬੋਡੀ ਦੇ ਅੰਦਰ ਹੀ ਫਰਟੀਲਾਈਜੇਸ਼ਨ ਹੁੰਦੀ ਆ ਬਟ ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਜਿਹੜਾ ਐਂਬਰੀਓ ਆ ਠੀਕ ਆ ਉਹਨੂੰ ਬਾਹਰ ਕੱਢ ਲਿਆ ਜਾਂਦਾ ਅਤੇ ਉਹਨੂੰ ਕੀ ਆ ਸਰੋਗੇਟ ਮਦਰ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਗਾ ਠੀਕ ਆ ਐਂਡ ਉਹਦੋਂ ਬਾਅਦ ਹੈਗਾ ਗਾ ਅਗਰ ਇੱਕ ਫੀਮੇਲ ਹੈਗੀ ਆ ਉਹ ਕੀ ਆ ਓਵਾ ਨਹੀਂ ਪ੍ਰੋਡਿਊਸ ਕਰ ਪਾ ਰਹੀ ਬਟ ਉਹ ਸੁਟੇਬਲ ਕੰਡੀਸ਼ਨ ਉਹਦਾ ਯੂਟੇਰਸ ਪ੍ਰੈਗਨੈਂਸੀ ਦੇ ਲਈ ਕਨਸੀਵ ਕਰਨ ਦੇ ਲਈ ਸੁਟੇਬਲ ਕੰਡੀਸ਼ਨਸ ਪ੍ਰੋਵਾਈਡ ਕਰ ਪਾ ਰਹੇ ਹੋ ਤਾਂ ਉਦੋਂ ਕੀ ਹੁੰਦਾ ਆਪਾਂ ਇੱਕ ਡੋਨਰ ਤੋਂ ਓਵਾ ਓਵਾ ਲੈ ਕੇ ਉਹਨੂੰ ਆਪਾਂ ਕੀ ਆ ਵਜਾਈਨਾ ਦੇ ਵਿੱਚ ਨਹੀਂ ਉਹਨੂੰ ਆਪਾਂ ਉਹਦੀ ਫੈਲੋਪੀਅਨ ਟਿਊਬ ਦੇ ਵਿੱਚ ਇੰਟਰੋਡਿਊਸ ਕਰਦੇ ਹਾਂ ਠੀਕ ਹੈ ਮਤਲਬ ਆਪਾਂ ਗੈਮੀਟ ਨੂੰ ਟ੍ਰਾਂਸਫਰ ਕਰਦੇ ਹਾਂ ਫਰੋਮ ਦਾ ਡੋਨਰ ਟੂ ਦਾ ਮਦਰ ਠੀਕ ਹੈ ਇਹਨੂੰ ਆਪਾਂ ਕੀ ਕਹਾਂਗੇ ਗੈਮੀਟ ਇੰਟਰਾ ਫੈਲੋਪੀਅਨ ਟ੍ਰਾਂਸਫਰ ਗੈਮੀਟ ਨੂੰ ਟ੍ਰਾਂਸਫਰ ਕਰਤਾ ਉਹਦੇ ਬਾਅਦ ਉਹ ਕੀ ਸੈਕਸ਼ੂਅਲ ਇੰਟਰਕੋਰਸ ਕਰਨਗੇ ਸੈਕਸ਼ੂਅਲ ਇੰਟਰਕੋਰਸ ਕਰਕੇ ਨੈਚੁਰਲੀ ਜਿੱਦਾਂ ਇਨਸੈਮੀਨੇਸ਼ਨ ਹੁੰਦੀ ਆ
ਨੈਚੁਰਲ ਫਰਟੀਲਾਈਜੇਸ਼ਨ ਹੋਊਗੀ, ਉਹਦੇ ਬਾਅਦ ਨੈਚੁਰਲੀ ਇੰਪਲਾਂਟੇਸ਼ਨ ਹੋਊਗੀ, ਸਾਰੇ ਪ੍ਰੋਸੈਸ ਬਾਕੀ ਨੈਚੁਰਲ ਹੋਊਗਾ। ਬਸ ਜਿਹੜਾ ਫਰਸਟ ਸਟੈਪ ਆ, ਠੀਕ ਆ, ਉਹ ਨਹੀਂ ਕਰ ਪਾ ਰਹੀ ਸੀ, ਗੈਮੇਟ ਨਹੀਂ ਪ੍ਰੋਡਿਊਸ ਕਰ ਪਾ ਰਹੀ ਸੀ, ਉਹ ਨਹੀਂ ਪ੍ਰੋਡਿਊਸ ਕਰ ਪਾ ਰਹੀ ਸੀ, ਤਾਂ ਉਹ ਆਪਾਂ ਆਰਟੀਫਿਸ਼ਲੀ ਇੰਟਰੋਡਿਊਸ ਕਰਿਆ ਹੈਗਾ ਫਰੋਮ ਦ ਡੋਨਰ ਟੂ ਦ ਫੈਲੋਪੀਅਨ ਟਿਊਬ ਆਫ ਦ ਮਦਰ। ਠੀਕ ਆ। ਉਹਦੇ ਬਾਅਦ ਅਗਰ ਮੇਲ ਦਾ ਸਪਰਮ ਕਾਊਂਟ ਬਹੁਤ ਘੱਟ ਹੁੰਦਾ ਤਾਂ ਆਪਾਂ ਕੀ ਕਰਦੇ ਆਗੇ, ਓਵਮ ਨੂੰ ਬਾਹਰ ਲੈ ਕੇ ਉਹਦੇ ਸਪਰਮਸ ਨੂੰ ਲੈ ਕੇ ਮੇਲ ਦੇ ਨੂੰ ਉਹਨੂੰ ਸਿੱਧਾ ਇੰਜੈਕਟ ਕਰ ਦਿੰਦੇ ਆ ਸਪਰਮ ਨੂੰ ਇਨਸਾਈਡ ਦ ਸਾਈਟੋਪਲਾਜ਼ਮ ਆਫ ਦ ਓਵਮ। ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਆ, ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਕਹਿੰਦੇ ਹੈਗੇ। ਅਤੇ ਅਗਰ ਮੇਲ ਦੇ ਕੁਝ ਇਰੈਕਟਾਈਲ ਡਿਸਆਰਡਰਸ ਤੇ ਜਾਂ ਉਹਦਾ ਸਪਰਮ ਕਾਊਂਟ ਬਹੁਤ ਘੱਟ ਹੈ ਤਾਂ ਆਪਾਂ ਆਰਟੀਫਿਸ਼ਲੀ ਵੀ ਇਨਸੈਮੀਨੇਟ ਕਰਾ ਸਕਦੇ ਹਾਂ। ਆਰਟੀਫਿਸ਼ਲ ਇਨਸੈਮੀਨੇਟ ਕੀ ਆ, ਉਹਦੇ ਸਪਰਮਸ ਲੈ ਜਾਂਦੇ ਆ ਮੇਲ ਦੇ, ਅਗਰ ਉਹ ਬਿਲਕੁਲ ਹੀ ਬਹੁਤ ਘੱਟ ਸਪਰਮ ਕਾਊਂਟ ਉਹ ਬਿਲਕੁਲ ਹੀ ਪ੍ਰੋਡਿਊਸ ਨਹੀਂ ਕਰ ਪਾ ਰਿਹਾ ਤਾਂ ਡੋਨਰ ਦੇ ਸਪਰਮਸ ਲਏ ਜਾਂਦੇ ਆ, ਫਿਰ ਉਹਨੂੰ ਆਰਟੀਫਿਸ਼ਲੀ ਇੰਟਰੋਡਿਊਸ ਕਰਾਇਆ ਜਾਂਦਾ ਟੂ ਦਾ ਵਜਾਈਨਾ, ਫਿਰ ਵਜਾਈਨਾ ਜਾਂ ਫਿਰ ਟੂ ਦਾ ਯੂਟੇਰਸ। ਠੀਕ ਹੈ, ਫਿਰ ਉੱਥੋਂ ਜਾਂਦੇ ਹੋਏ ਉਹ ਕੀ ਆ, ਉਹਨਾਂ ਦੀ ਫਰਟੀਲਾਈਜੇਸ਼ਨ ਹੋ ਜਾਂਦੀ ਹੈ। ਇਹਨੂੰ ਆਪਾਂ ਕਹਿੰਦੇ ਆ ਇੰਟਰਾ ਯੂਟੇਰਾਈਨ ਇਨਸੈਮੀਨੇਸ਼ਨ। ਠੀਕ ਆ। ਹਾਲਾਂਕਿ ਆਪਣੇ ਕੋਲ ਬਹੁਤ ਸਾਰੇ ਆਪਸ਼ਨ ਨੇ, ਸਾਰੀਆਂ ਟੈਕਨੀਕਸ ਜਿਹੜੀਆਂ ਨੇ ਬਹੁਤ ਸਾਰੀਆਂ ਹੈਗੀਆਂ ਨੇ ਆਪਣੇ ਕੋਲ, ਬਟ ਇਹਨਾਂ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਹਾਈ ਪ੍ਰੀਸੀਜਨ ਚਾਹੀਦਾ, ਇਹਨਾਂ ਨੂੰ ਹੈਂਡਲ ਕਰਨ ਦੇ ਲਈ ਅਤੇ ਸਪੈਸ਼ਲਾਈਜ਼ਡ ਪ੍ਰੋਫੈਸ਼ਨਲਸ ਚਾਹੀਦੇ ਹੁੰਦੇ ਆ, ਅਤੇ ਹੋਰ ਵੀ ਇੰਸਟਰੂਮੈਂਟੇਸ਼ਨ ਜਿਹੜੀ ਆ ਉਹ ਵੀ ਬਹੁਤ ਮਹਿੰਗੀ ਚਾਹੀਦੀ ਹੁੰਦੀ ਹੈ ਇਹ ਸਭ ਕਰਨ ਦੇ ਲਈ। ਤਾਂ ਕਰਕੇ ਇਹ ਜਿਹੜੀ ਫੈਸਿਲਿਟੀਜ਼ ਨੇ ਇਹ ਸਿਰਫ ਕੰਟਰੀ ਦੇ ਕੁਝ ਸੈਕਟਰਸ ਦੇ ਵਿੱਚ ਹੀ ਅਵੇਲੇਬਲ ਨਹੀਂ ਆ। ਅਗਰ ਅਵੇਲੇਬਲ ਹੈਗੀਆਂ ਵੀ ਨਹੀਂ ਤਾਂ ਇਹਨਾਂ ਨੂੰ ਕੀ ਆ, ਕੁਝ ਲੋਕ ਹੀ ਅਫੋਰਡ ਕਰ ਪਾਉਂਦੇ ਨੇ, ਕਿਉਂਕਿ ਇਹਨਾਂ ਨੂੰ ਕੀ ਹੈ ਹੈਂਡਲ ਕਰਨ ਦੇ ਲਈ ਸਪੈਸ਼ਲ ਪ੍ਰੋਫੈਸ਼ਨਲ ਚਾਹੀਦੀ ਆ। ਠੀਕ ਹੈ, ਬਹੁਤ ਐਕਸਪੈਂਸਿਵ ਇੰਸਟਰੂਮੈਂਟੇਸ਼ਨ ਚਾਹੀਦੀ ਆ, ਤਾਂ ਕਰਕੇ ਹੁਣ ਇਹਨਾਂ ਦਾ ਖਰਚਾ ਵੀ ਓਬਵੀਅਸਲੀ ਜ਼ਿਆਦਾ ਆਉਂਦਾ ਹੋਊਗਾ, ਤਾਂ ਖਰਚਾ ਜ਼ਿਆਦਾ ਆਊਗਾ ਤਾਂ ਫਿਰ ਬੰਦੇ ਨੂੰ ਵੱਧ ਪੇ ਕਰਨਾ ਪਊਗਾ, ਅਤੇ ਸਾਰੇ ਲੋਕ ਤਾਂ ਇੰਨਾ ਜ਼ਿਆਦਾ ਜਿਹੜਾ ਐਕਸਪੈਂਸਿਵ ਜਿਹੜਾ ਚੀਜ਼ਾਂ ਨੇ ਉਹ ਲਈ ਅਫੋਰਡ ਕਰ ਪਾਉਣਗੇ। ਠੀਕ ਆ। ਅਤੇ ਫੋਰ ਦਿਸ ਫੈਸਿਲਿਟੀਜ਼ ਇੱਕ ਤਾਂ ਫਿਊ ਸੈਕਟਰਸ ਦੇ ਵਿੱਚ ਅਵੇਲੇਬਲ ਨੇ, ਅਤੇ ਓਬਵੀਅਸਲੀ ਇਹਦੇ ਜਿਹੜੇ ਬੈਨੀਫਿਟਸ ਨੇ ਉਹ ਵੀ ਕੀ ਆ, ਲਿਮਿਟਡ ਨੰਬਰ ਆਫ ਪੀਪਲ ਹੀ ਅਫੋਰਡ ਕਰ ਪਾਉਂਦੇ ਆ। ਠੀਕ ਆ। ਅਤੇ ਹੋਰ ਵੀ ਇਹਦਾ ਇਮੋਸ਼ਨਲ, ਰਿਲੀਜੀਅਸ ਅਤੇ ਸੋਸ਼ਲ ਫੈਕਟਰ ਜਿਹੜੇ ਜੁੜੇ ਹੋਏ ਹੈਗੇ। ਠੀਕ ਆ, ਇਸ ਕਰਕੇ ਇਹ ਮੈਥਡ ਜਿਹੜਾ ਕਾਫੀ ਲੋਕ ਇਹਨਾਂ ਕਾਰਨਾਂ ਕਰਕੇ ਵੀ ਨਹੀਂ ਅਡੋਪਟ ਕਰਦੇ। ਠੀਕ ਆ, ਇਹ ਮੈਥਡਸ ਨਹੀਂ ਕਰਦੇ। ਸਿੰਸ ਦਾ ਅਲਟੀਮੇਟ ਏਮ ਆਫ ਆਲ ਥੀਸ ਪ੍ਰੋਸੀਜਰਸ ਇਜ਼ ਟੂ ਹੈਵ ਚਿਲਡਰਨ, ਅਲਟੀਮੇਟ ਐਂਡ ਪ੍ਰੋਡਕਟ ਕੀ ਹੈ ਇਹਨਾਂ ਸਾਰਿਆਂ ਦਾ, ਬੱਚੇ ਪੈਦਾ ਕਰਨਾ। ਅਤੇ ਇੰਡੀਆ ਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਅਨਾਥ ਬੱਚੇ ਹੈਗੇ ਆ। ਠੀਕ ਆ, ਅਨਾਥ ਲਾਵਾਰਿਸ ਬੱਚੇ ਹੈਗੇ ਆਗੇ। ਠੀਕ ਆ, ਜਿਹੜੇ ਕੀ ਆ ਸਰਵਾਈਵ ਨਹੀਂ ਕਰ ਪਾਉਣਗੇ ਅਗਰ ਉਹਨਾਂ ਦੀ ਪ੍ਰੋਪਰ ਕੇਅਰ ਨਾ ਕੀਤੀ ਜਾਵੇ। ਠੀਕ ਆ, ਮੈਜੋਰਿਟੀ ਤੱਕ ਨਹੀਂ ਸਰਵਾਈਵ ਕਰ ਪਾਉਣਗੇ ਅਨਲੈਸ ਉਹਨਾਂ ਦੀ ਪ੍ਰੋਪਰ ਕੇਅਰ ਨਾ ਕੀਤੀ ਜਾਵੇ, ਤਾਂ ਆਪਾਂ ਉਹਨਾਂ ਨੂੰ ਅਡੋਪਟ ਕਰ ਸਕਦੇ ਹਾਂ। ਅਤੇ ਆਪਣਾ ਲਾਅ ਵੀ ਲੀਗਲ ਅਡੋਪਸ਼ਨ ਨੂੰ ਕੀ ਕਰਦਾ, ਪਰਮਿਟ ਕਰਦਾ, ਪਰਮਿਸ਼ਨ ਹੈਗੀ ਆਪਾਂ ਲਈ ਆਪਣੇ ਕੋਲ ਅਡੋਪਸ਼ਨ ਦੀ। ਠੀਕ ਆ। ਅਤੇ ਕੀ ਆ ਬੈਸਟ ਮੈਥਡ ਹੈਗਾ ਉਹਨਾਂ ਕਪਲਸ ਦੇ ਲਈ ਜਿਹੜੇ ਕਿ ਪੈਰੈਂਟਹੁੱਡ ਦੀ ਝਾਕ 'ਚ ਨੇ। ਠੀਕ ਆ, ਜਿਹੜੇ ਪੈਰੈਂਟ ਬਣਨਾ ਚਾਹੁੰਦੇ ਨੇ, ਬੱਚਿਆਂ ਦੀ ਦੇਖਭਾਲ ਕਰਨਾ ਚਾਹੁੰਦੇ ਨੇ। ਨੈਕਸਟ, ਸਮਰੀ। Reproductive health refers to a total well-being in all aspects of reproduction. ਠੀਕ ਆ, ਸਾਰੇ ਰੀਪਰੋਡਕਸ਼ਨ ਦੇ ਐਸਪੈਕਟਸ ਦੇ ਵਿੱਚ ਟੋਟਲ ਵੈਲਬੀਂਗ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਰੀਪਰੋਡਕਟਿਵ ਹੈਲਥ ਕਹਿੰਦੇ। ਕਿਹੜੇ ਕਿਹੜੇ ਐਸਪੈਕਟਸ ਦੇ, ਫਿਜ਼ੀਕਲ, ਸੋਸ਼ਲ, ਇਮੋਸ਼ਨਲ ਅਤੇ ਬਿਹੇਵੀਅਰਲ। ਠੀਕ ਆ। ਆਰ ਨੇਸ਼ਨ ਵਾਜ਼ ਦ ਫਸਟ ਨੇਸ਼ਨ, ਆਪਣਾ ਹੀ ਕੰਟਰੀ ਜਿਹੜੀ ਸੀ ਫਸਟ ਕੰਟਰੀ ਸੀਗੀ ਵਰਲਡ ਦੇ ਵਿੱਚ ਜਿਹਨੇ ਕਿ ਕਾਫੀ ਵੇਰੀਅਸ ਐਕਸ਼ਨ ਪਲਾਨਸ ਨੂੰ ਇਨੀਸ਼ੀਏਟ ਕਰਿਆ ਸੀਗਾ ਨੈਸ਼ਨਲ ਲੈਵਲ ਦੇ ਉੱਪਰ ਇੱਕ ਰੀਪਰੋਡਕਟਿਵਲੀ ਹੈਲਦੀ ਸੁਸਾਇਟੀ ਨੂੰ ਅਟੇਨ ਕਰਨ ਦੇ ਲਈ। ਠੀਕ ਆ। ਕਾਉਂਸਲਿੰਗ ਐਂਡ ਕ੍ਰੀਏਟਿੰਗ ਅਵੇਅਰਨੈਸ ਅਮੰਗ ਪੀਪਲ ਅਬਾਊਟ ਰੀਪਰੋਡਕਟਿਵ organs, adolescents and associated changes, safe and hygiene sexual practices, sexually transmitted infections including AIDS, etc. is the primary step towards the reproductive health. Reproductive health ਦੇ ਵੱਲ ਸਭ ਤੋਂ ਪਹਿਲਾ ਸਟੈਪ ਕੀ ਸੀਗਾ, ਲੋਕਾਂ ਦੇ ਵਿੱਚ ਅਵੇਅਰਨੈਸ ਪ੍ਰੋਵਾਈਡ ਕਰਨੀ ਰੀਪਰੋਡਕਟਿਵ ਔਰਗਨਸ ਬਾਰੇ, ਐਡੋਲੈਸੈਂਸ ਬਾਰੇ, ਪਿਊਬਰਟੀ ਬਾਰੇ। ਠੀਕ ਹੈ, ਅਤੇ ਹੋਰ ਵੀ ਜਿਹੜਾ ਐਡੋਲੈਸੈਂਸ ਦੇ ਵਿੱਚ ਚੇਂਜਸ ਹੁੰਦੇ ਆ ਅਤੇ ਜਿਹੜੇ ਕਿ ਓਬਜ਼ਰਵ ਹੁੰਦੇ ਆ ਉਹ ਬੱਚਾ ਤੱਕ ਪਹੁੰਚਾਉਣੇ ਕਿ ਤੁਹਾਨੂੰ ਇਹ ਚੇਂਜਸ ਦੇਖਣ ਨੂੰ ਮਿਲ ਸਕਦੇ ਆ ਐਂਡ ਥੀਸ ਆਰ ਆਲ ਨਾਰਮਲ। ਠੀਕ ਹੈ, ਅਤੇ ਸੇਫ ਅਤੇ ਹਾਈਜੀਨ ਸੈਕਸ਼ੁਅਲ ਪ੍ਰੈਕਟਿਸਿਸ ਨੂੰ ਕੀ ਕਰਨਾ, ਪ੍ਰਮੋਟ ਕਰਨਾ। ਠੀਕ ਆ, ਸੈਕਸ਼ੁਅਲੀ ਟਰਾਂਸਮਿਟਡ ਇਨਫੈਕਸ਼ਨਸ ਤੋਂ ਬਾਰੇ ਲੋਕਾਂ ਨੂੰ ਅਵੇਅਰ ਕਰਨਾ, ਇਹਨਾਂ ਨੂੰ ਪ੍ਰੀਵੈਂਟ ਕਰਨ ਦੀਆਂ ਤਕਨੀਕਾਂ ਦੱਸਣੀਆਂ ਕਿ ਕਿੱਦਾਂ ਪ੍ਰੀਵੈਂਟ ਕਰ ਸਕਦੇ ਆ। ਠੀਕ ਆ, ਅਗਰ ਹੋ ਜਾਂਦਾ ਸਹੀ ਡਾਇਗਨੋਸਿਸ ਕਿੱਦਾਂ ਹੋ ਸਕਦਾ ਗਾ। ਠੀਕ ਆ। Providing medical facilities and care to the problems like menstrual irregularities, pregnancy-related aspects, delivery, medical termination of pregnancy, STIs, birth control, infertility, postnatal child and maternal management is another important aspect of the reproductive and child health care program. ਹੁਣ ਰੀਪਰੋਡਕਟਿਵ ਅਤੇ ਚਾਈਲਡ ਹੈਲਥ ਕੇਅਰ ਪ੍ਰੋਗਰਾਮ ਦੇ ਹੋਰ ਇੰਪੋਰਟੈਂਟ ਕੀ ਚੀਜ਼ਾਂ ਨੇ, ਹੋਰ ਇੰਪੋਰਟੈਂਟ ਇਹ ਕਿਹਨਾਂ ਚੀਜ਼ਾਂ ਦੇ ਉੱਪਰ ਕੰਮ ਕਰ ਰਿਹਾ ਹੈਗਾ, ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕਰਨਾ,
ਤੇ ਕੇਅਰ ਸਹੀ ਪ੍ਰੋਪਰ ਕੇਅਰ ਕਰਨਾ ਮੈਂਸਟਰੂਅਲ ਇਰੈਗੂਲਰਿਟੀਜ਼ ਦੀ, ਠੀਕ ਹੈ, ਤੇ ਉਹਨਾਂ ਨੂੰ ਕੋਪ ਅਪ ਕਰਨ ਦੇ ਲਈ ਕੀ ਆਪਾਂ ਨੂੰ ਮੈਡੀਸਿਨਸ ਲੈਣੀ ਚਾਹੀਦੀ ਉਹ ਸਭ ਕੁਝ ਪ੍ਰੋਵਾਈਡ ਕਰਨਾ, ਠੀਕ ਹੈ। ਹੋਰ ਪ੍ਰੈਗਨੈਂਸੀ ਰਿਲੇਟਡ ਐਸਪੈਕਟਸ ਦੇ ਉੱਪਰ ਸਭ ਮਦਦ ਪ੍ਰੋਵਾਈਡ ਕਰਨਾ, ਸਹੀ ਕੇਅਰ ਕਿੱਦਾਂ ਪ੍ਰੋਵਾਈਡ ਕਰ ਸਕਦੇ ਸਭ ਦੱਸਣਾ, ਸਹੀ ਡਿਲੀਵਰੀਆਂ ਕਰਵਾਉਣਾ, ਠੀਕ ਹੈ, ਐਂਡ ਮੈਡੀਕਲੀ ਅਸਿਸਟਡ ਡਿਲੀਵਰੀਜ਼ ਕਰਵਾਉਣਾ, ਅਤੇ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਬਾਰੇ ਸਹੀ ਗਿਆਨ ਦੇਣਾ, ਫੀਮੇਲ ਫੀਟੀਸਾਈਡ ਨੂੰ ਪ੍ਰੀਵੈਂਟ ਕਰਨਾ, ਠੀਕ ਹੈ, STIs ਬਾਰੇ ਸਹੀ ਗਿਆਨ ਦੇਣਾ, ਉਹਨਾਂ ਨੂੰ ਪ੍ਰੀਵੈਂਟ ਕਰਨਾ, ਠੀਕ ਆ, ਉਹਨਾਂ ਨੂੰ ਕਿਉਰ ਕਰਨਾ, ਬਰਥ ਕੰਟਰੋਲ ਆਪਸ਼ਨਸ ਜਿਹੜੇ ਆ ਉਹ ਦੱਸਦੇ, ਕੰਟਰਾਸੈਪਟਿਵ ਮੈਥਡਸ ਦਾ ਗਿਆਨ ਹੋਰ ਵਧਾਉਣਾ, ਠੀਕ ਆ, ਇਨਫਰਟੀਲਿਟੀ ਵਰਗੀਆਂ ਚੀਜ਼ਾਂ ਨੂੰ ਟੈਕਲ ਕਰਨਾ, ਅਤੇ ਚਾਈਲਡ ਅਤੇ ਮਦਰ ਦੀ ਪੋਸਟ ਸੈਟਲ ਕੇਅਰ ਨੂੰ ਵੀ ਪੋਸਟ ਸੈਟਲ ਕੇਅਰ ਕਰਨਾ, ਠੀਕ ਆ। ਇਹ ਕੀ ਆ ਕੁਝ ਇੰਪੋਰਟੈਂਟ ਹੋਰ ਇੰਪੋਰਟੈਂਟ ਐਸਪੈਕਟਸ ਦੇ ਰਿਪਰੋਡਕਸ਼ਨ ਐਂਡ ਚਾਈਲਡ ਹੈਲਥ ਕੇਅਰ ਪ੍ਰੋਗਰਾਮ ਦੇ, ਠੀਕ ਹੈ। And overall improvement in reproductive health has taken place in our country as indicated by reduced maternal and infant mortality rates. ਆਪਣੀ ਕੰਟਰੀ ਦੇ ਵਿੱਚ ਓਵਰਆਲ ਇੰਪਰੂਵਮੈਂਟ ਹੋਈ ਹੈਗੀ ਰਿਪਰੋਡਕਟਿਵ ਹੈਲਥ ਦੇ ਵਿੱਚ, ਅਤੇ ਇਹ ਕਿੱਥੋਂ ਦਰਸਾ ਰਿਹਾ, ਕੌਣ ਦਰਸਾ ਰਿਹਾ, ਕਿਉਂਕਿ ਆਪਣੀ ਕੰਟਰੀ ਦੇ ਵਿੱਚ ਇਨਫੈਂਟ ਮੋਰਟੈਲਿਟੀ ਰੇਟ ਦੇ ਵਿੱਚ, ਮੈਟਰਨਲ ਮੋਰਟੈਲਿਟੀ ਰੇਟ ਦੇ ਵਿੱਚ ਕੀ ਹੈ ਕਾਫੀ ਜ਼ਿਆਦਾ ਸਿਗਨੀਫਿਕੈਂਟ ਡਿਕਰੀਜ਼ ਦੇਖਣ ਨੂੰ ਮਿਲੇਗਾ। ਤਾਂ ਉੱਥੋਂ ਆਪਾਂ ਕਹਿ ਸਕਦੇ ਹਾਂ ਓਵਰਆਲ ਇੰਪਰੂਵਮੈਂਟ ਤਾਂ ਹੋਈ ਆ ਰਿਪਰੋਡਕਟਿਵ ਹੈਲਥ ਦੇ ਵਿੱਚ, ਠੀਕ ਆ। ਅਤੇ ਹੋਰ ਅਰਲੀ ਡਿਟੈਕਸ਼ਨ ਹੋਣ ਲੱਗੀ ਆ, ਅਤੇ ਕਿਉਰ ਹੋਣ ਲੱਗਿਆ STIs ਦਾ, ਠੀਕ ਆ। ਇਨਫਰਟਾਈਲ ਕਪਲਸ ਨੂੰ ਅਸਿਸਟੈਂਸ ਮਿਲਣ ਲੱਗੀ ਆ, ਠੀਕ ਹੈ। ਇਹ ਸਭ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਇੰਪਰੂਵਮੈਂਟ ਹੋਈ ਆ ਓਵਰਆਲ। ਇੰਪਰੂਵਡ ਹੈਲਥ ਫੈਸਿਲਿਟੀਜ਼ ਐਂਡ ਬੈਟਰ ਲਿਵਿੰਗ ਕੰਡੀਸ਼ਨਸ ਪ੍ਰਮੋਟਡ ਐਂਡ ਐਕਸਪਲੋਸਿਵ ਗਰੋਥ ਆਫ ਪਾਪੂਲੇਸ਼ਨ, ਠੀਕ ਹੈ। ਹੁਣ ਹੈਲਥ ਫੈਸਿਲਿਟੀਜ਼ ਇੰਪਰੂਵ ਹੋ ਗਿਆ, ਐਨੇ ਲੋਕ ਮਰਦੇ ਨਹੀਂ ਹੈਗੇ ਜਿਹੜੇ ਜੰਮ ਪੈਂਦੇ ਆ, ਠੀਕ ਆ, ਡਿਊ ਟੂ ਦਿਸ, ਅਤੇ ਲੋਕਾਂ ਦੀਆਂ ਲਿਵਿੰਗ ਕੰਡੀਸ਼ਨਸ ਵੀ ਵਧੀਆ ਹੋ ਗਈ ਆ, ਠੀਕ ਆ। ਇਸੇ ਕਰਕੇ ਆਪਾਂ ਨੂੰ ਇੱਕੋ ਦਮ ਬਹੁਤ ਵੱਡਾ ਧਮਾਕਾ ਪਾਪੂਲੇਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ, ਬਹੁਤ ਹੀ ਵੱਡਾ ਧਮਾਕੇਦਾਰ ਵਾਧਾ ਦੇਖਣ ਨੂੰ ਮਿਲੇਗਾ। ਸੱਚ ਅ ਗਰੋਥ ਨੈਸੈਸੀਟੇਟਡ ਇੰਟੈਂਸ ਪ੍ਰੋਪੋਗੇਸ਼ਨ ਆਫ ਕੰਟਰਾਸੈਪਟਿਵ ਮੈਥਡ, ਅਤੇ ਇਸ ਗਰੋਥ ਨੇ ਇੱਕ ਚੀਜ਼ ਨੂੰ ਨੈਸੈਸਰੀ ਬਣਾਤਾ, ਕੰਟਰਾਸੈਪਟਿਵ ਮੈਥਡ ਨੂੰ ਪ੍ਰੋਪਾਗੇਟ ਕਰਨਾ, ਠੀਕ ਹੈ। ਲੋਕਾਂ ਤੱਕ ਕੰਟਰਾਸੈਪਟਿਵ ਮੈਥਡਸ ਵੇਰੀਅਸ ਕੰਟਰਾਸੈਪਟਿਵ ਮੈਥਡ ਪਹੁੰਚਾਉਣੇ ਕਿ ਕਿਹੜੇ ਕਿਹੜੇ ਹੈਗੇ ਆ, ਤੁਸੀਂ ਉਹਨਾਂ ਨੂੰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ, ਠੀਕ ਆ। ਇਹ ਗਰੋਥ, ਇਹ ਜਿਹੜੀ ਐਕਸਪਲੋਸਿਵ ਗਰੋਥ ਸੀ ਉਹਨੇ ਇਹ ਚੀਜ਼ ਨੂੰ ਨੈਸੈਸਰੀ ਕਰਤਾ। ਵੇਰੀਅਸ ਕੰਟਰਾਸੈਪਟਿਵ ਆਪਸ਼ਨਸ ਆਰ ਅਵੇਲੇਬਲ ਨਾਓ ਸਚ ਐਸ ਨੈਚੁਰਲ ਟ੍ਰੈਡੀਸ਼ਨਲ ਬੈਰੀਅਰ IUDs ਪਿਲਸ ਇੰਜੈਕਟੇਬਲਸ ਇੰਪਲਾਂਟਸ ਐਂਡ ਸਰਜੀਕਲ ਮੈਥਡਸ, ਠੀਕ ਹੈ। ਕਾਫੀ ਕੰਟਰਾਸੈਪਟਿਵ ਮੈਥਡ ਹੁਣ ਅਵੇਲੇਬਲ ਹੈਗੇ ਨੇ, ਕਿਹੜੇ ਕਿਹੜੇ ਆ ਨੈਚੁਰਲ ਦੇ ਵਿੱਚ ਕਿਹੜੇ ਕਿਹੜੇ ਸੀਗੇ, ਪੀਰੀਓਡਿਕ ਐਬਸਟੀਨੈਂਸ, ਵਿਦਡਰਾਲ ਔਰ ਕੁਆਇਟਸ ਇੰਟਰਰਪਟਸ ਐਂਡ ਦੀ ਲੈਕਟੇਸ਼ਨ ਐਮਿਨੇਰੀਆ, ਠੀਕ ਹੈ। ਨੈਚੁਰਲ ਡੇਸ਼ਨ ਸੇਮ ਹੀ ਆ। ਬੈਰੀਅਰ ਦੇ ਵਿੱਚ ਆਪਾਂ ਨੂੰ ਕੌਂਡਮਸ, ਡਾਇਫਰਾਮਸ, ਵਾਲਟਸ ਅਤੇ ਸਰਵੀਕਲ ਕੈਪਸ, ਅਤੇ ਉਹਨਾਂ ਨੂੰ ਨਾਲ ਉਹਨਾਂ ਦੀ ਐਫੀਸ਼ੀਐਂਸੀ ਇੰਕਰੀਜ਼ ਕਰਨ ਦੇ ਲਈ ਸਪਾਰਮਿਸਿਡਲਸ ਕਰੀਮਸ ਜੈਲੀਸ ਦੇਖਣ ਨੂੰ ਮਿਲਦੀਆਂ ਨੇ। IUDs ਦੇ ਵਿੱਚ ਆਪਾਂ ਨੂੰ ਕੌਣ ਦੇਖਣ ਨੂੰ ਮਿਲਦਾ, ਨੋਨ ਮੈਡੀਕੇਟਡ IUDs ਦੇ ਵਿੱਚ ਲਿਪਿਸ ਲੂਪ ਦੇਖਣ ਨੂੰ ਮਿਲਦਾ, ਕਾਪਰ ਲੀਜ਼ਿੰਗ ਦੇ ਵਿੱਚ ਕਾਪਰ ਟੀ, ਕਾਪਰ 7 ਮਲਟੀਲੋਡ 375 ਐਂਡ ਹਾਰਮੋਨ ਲੀਜ਼ਿੰਗ ਦੇ ਵਿੱਚ ਪ੍ਰੋਜੈਸਟਾਸੋਨ ਐਂਡ LH20, ਠੀਕ ਆ। pills, steroidal pills ਵੀ ਅਵੇਲੇਬਲ ਨੇ, ਐਲਜ਼ਾਹੀਲੀ ਇਜ਼ ਅ ਨਿਊ ਕੰਟਰਾਸੈਪਟਿਵ ਪਿਲ ਵਿਚ ਇਜ਼ ਨॉन steroidal, ਠੀਕ ਹੈ, ਪ੍ਰੀਪੇਅਰਡ ਐਟ ਦ ਸੈਂਟਰਲ ਡਰਗ ਰਿਸਰਚ ਇੰਸਟੀਚਿਊਟ ਲਖਨਊ। ਅਤੇ ਇੰਜੈਕਟੇਬਲਸ, ਠੀਕ ਹੈ, ਇੰਜੈਕਸ਼ਨਸ ਦਿੱਤੇ ਜਾਂਦੇ ਨੇ ਪ੍ਰੋਜੈਸਟਰੋਨ ਦੇ ਜਾਂ ਫਿਰ ਪ੍ਰੋਜੈਸਟਰੋਨ ਈਸਟ੍ਰੋਜਨ ਦੀ ਕੰਬੀਨੇਸ਼ਨ ਦੇ, ਠੀਕ ਹੈ, ਅਤੇ ਲੌਂਗ ਟਰਮ ਦੇ ਲਈ ਕੀ ਹੁੰਦੇ ਨੇ, ਇਫੈਕਟਿਵ ਹੁੰਦੇ ਨੇ। ਇੰਪਲਾਂਟਸ ਅਪਰ ਆਰਮ ਦੇ ਨੀਚੇ ਕੀ ਆ ਇੰਪਲਾਂਟ ਕੀਤੇ ਜਾਂਦੇ ਆ, ਥੋੜ੍ਹੇ ਜਿਹੇ ਛੋਟੇ ਛੋਟੇ ਉਹ ਹੁੰਦੇ ਆ, ਠੀਕ ਆ, ਟੀਕੇ ਵਾਂਗ ਹੁੰਦੇ, ਛੋਟੇ ਛੋਟੇ ਸਟਿਕਸ ਇੰਪਲਾਂਟ ਕੀਤੇ ਜਾਂਦੇ ਆ ਜਿਹੜੇ ਕਿ ਪ੍ਰੋਜੈਸਟਰੋਨ ਨੂੰ ਜਾਂ ਫਿਰ ਪ੍ਰੋਜੈਸਟਰੋਨ ਈਸਟ੍ਰੋਜਨ ਕੰਬੀਨੇਸ਼ਨ ਨੂੰ ਸਿਕਰੀਟ ਕਰਦੇ ਆ, ਅਤੇ ਇਹ ਕੀ ਆ ਪ੍ਰੈਗਨੈਂਸੀ ਨਹੀਂ ਹੋਣ ਦਿੰਦੇ ਹੈਗੇ, ਠੀਕ ਹੈ। ਅਤੇ ਸਰਜੀਕਲ ਮੈਥਡਸ ਤਾਂ ਫਾਈਨਲ ਟਰਮੀਨੇਸ਼ਨ ਹੀ ਨੇ ਕੰਟਰਾਸੈਪਟਿਵ, ਠੀਕ ਹੈ। ਦੋ ਕੰਟਰਾਸੈਪਟਿਵਸ ਆਰ ਨਾਟ ਰੈਗੂਲਰ ਰਿਕੁਆਇਰਮੈਂਟਸ, ਹਾਲਾਂਕਿ ਜਿਹੜੇ ਕੰਟਰਾਸੈਪਟਿਵ ਨੇ ਉਹ ਰੈਗੂਲਰ ਰਿਕੁਆਇਰਮੈਂਟ ਨਹੀਂ ਹੈਗੇ, ਕਿਉਂਕਿ ਕਈ ਵਾਰੀ ਜਿਹੜਾ ਇਨਸਾਨ ਹੁੰਦਾ ਉਹਦਾ ਮਨ ਹੁੰਦਾ ਕੰਸੀਵ ਕਰਨ ਦਾ, ਠੀਕ ਆ, ਰਿਪਰੋਡਕਟਿਵ ਹੈਲਥ ਦੇ, ਤਾਂ ਕੀ ਆ ਬਸ ਲੋ ਜਿਹੜਾ ਬੰਦਾ ਉਹ ਇਹਨਾਂ ਨੂੰ ਤਾਂ ਹੀ ਯੂਜ਼ ਕਰਦਾ ਅਨਵਾਂਟਡ ਪ੍ਰੈਗਨੈਂਸੀ ਨੂੰ ਅਵੋਇਡ ਕਰਨ ਦੇ ਲਈ, ਜਾਂ ਫਿਰ ਸਪੇਸ ਦੇਣ ਦੇ ਲਈ ਦੋ ਪ੍ਰੈਗਨੈਂਸੀਜ਼ ਦੇ ਵਿੱਚ, ਠੀਕ ਆ। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਇਜ਼ ਲੀਗਲਾਈਜ਼ਡ ਇਨ ਆਰ ਕੰਟਰੀ, ਆਪਣੀ ਕੰਟਰੀ ਦੇ ਵਿੱਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਨੂੰ 1971 ਦੇ ਵਿੱਚ ਲੀਗਲਾਈਜ਼ ਕੀਤਾ ਗਿਆ ਸੀਗਾ। MTP ਜਨਰਲੀ ਕਿਉਂ ਹੁੰਦੀ ਆ, ਅਨਵਾਂਟਡ ਪ੍ਰੈਗਨੈਂਸੀ ਤੋਂ ਛੁਟਕਾਰਾ ਪਾਉਣ ਦੇ ਲਈ। ਜਿਹੜੀ ਅਨਵਾਂਟਡ ਪ੍ਰੈਗਨੈਂਸੀ ਉਹ ਕਿਹਦੇ ਕਰਕੇ ਹੋ ਸਕਦੀ ਹੈ, ਰੇਪਸ ਕਰਕੇ ਹੋ ਸਕਦੀ ਆ, ਕੈਜੂਅਲ ਰਿਲੇਸ਼ਨਸ਼ਿਪ ਕਰਕੇ ਹੋ ਸਕਦੀ ਆ, ਠੀਕ ਹੈ, ਅਨਪ੍ਰੋਡਕਟਿਵ ਕੁਆਇਟਸ ਕਰਕੇ ਹੋ ਸਕਦੀ ਆ, ਜਾਂ ਤੁਸੀਂ ਸਹੀ ਕੰਟਰਾਸੈਪਟਿਵ ਮੈਥਡ ਦਾ ਯੂਜ਼ ਕੀਤਾ ਬਟ ਉਹ ਫੇਲ ਹੋ ਗਿਆ, ਠੀਕ ਹੈ, ਤਾਂ ਉਹਨਾਂ ਕਰਕੇ ਹੋ ਸਕਦੀ ਹੈ, ਅਤੇ ਉਹ ਤੋਂ ਛੁਟਕਾਰਾ ਪਾਉਣ ਦੇ ਲਈ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕੀਤੀ ਜਾਂਦੀ ਹੈਗੀ, ਠੀਕ ਆ। ਅਤੇ ਇੱਦਾਂ ਦੀ ਚੀਜ਼ਾਂ ਦੇ ਵਿੱਚ ਵੀ ਕੀਤੀ ਜਾਂਦੀ ਆ
ਜਿੱਥੇ ਅਗਰ ਤੁਸੀਂ ਪ੍ਰੈਗਨੈਂਸੀ ਨੂੰ ਕੰਟੀਨਿਊ ਕਰੋਗੇ ਤਾਂ ਉਹ ਫੈਟਲ ਹੋ ਸਕਦਾ, ਠੀਕ ਹੈ, ਹਾਰਮਫੁਲ ਹੋ ਸਕਦੀ ਹੈ। ਤੇ ਉਹਨਾਂ ਦੇ ਵਿੱਚ ਡਾਕਟਰ ਖੁਦ ਮੈਡੀਕਲ ਟਰਮੀਨੇਸ਼ਨ ਪ੍ਰੈਗਨੈਂਸੀ ਨੂੰ ਰეკਮੈਂਡ ਕਰਦੇ ਆ, ਠੀਕ ਆ। ਜਿਹਨਾਂ ਕੇਸਿਸ ਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੋ ਗਈ ਹਾਰਮਫੁਲ ਹੋ ਸਕਦੀ ਹੈ ਈਦਰ ਟੂ ਦਾ ਫੀਟਸ ਔਰ ਟੂ ਦਾ ਮਦਰ ਔਰ ਟੂ ਦਾ ਬੋਥ, ਠੀਕ ਹੈ। Injections or disease, sorry, infections or diseases transported through sexual intercourse are called sexually transmitted diseases. ਜਿਹੜੇ diseases sexual intercourse ਦੇ through transmit ਹੁੰਦੇ ਆ ਉਹਨਾਂ ਨੂੰ ਆਪਾਂ sexually transmitted diseases ਕਹਿ ਰਹੇ ਹੈਗੇ। ਇਹਨਾਂ ਦੇ ਕੁਝ ਸੈਕਸ਼ੂਅਲ ਟ੍ਰਾਂਸਮਿਟਡ ਡਿਸੀਜ਼ਜ਼ ਦੇ ਸਿਮਟਮਸ ਹੈਗੇ ਨੇ, ਪੈਲਵਿਕ ਇਨਫਲੇਮੇਟਰੀ ਡਿਸੀਜ਼ਜ਼ ਹੋ ਗਏ, ਸਟਿਲ ਬਰਥ ਹੋ ਗਿਆ, ਇਨਫਰਟੀਲਿਟੀ ਹੋ ਗਿਆ, ਐਕਟੋਪਿਕ ਪ੍ਰੈਗਨੈਂਸੀ ਹੋ ਗਿਆ। ਇਹ ਕੁਝ ਕੰਪਲੀਕੇਸ਼ਨਸ ਇਹਨਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਆਪਾਂ ਦੇਖਣ ਨੂੰ ਮਿਲਦੀਆਂ ਨੇ। ਅਰਲੀ ਡਿਟੈਕਸ਼ਨ ਜਿਹੜੀ ਆ STIs ਦੀ ਉਹ ਕੀ ਆ, ਇਹਨਾਂ ਦੇ ਕਿਉਰ ਨੂੰ ਫੈਸਿਲੀਟੇਟ ਕਰਦੀ ਹੈ, ਇਹਨਾਂ ਦਾ ਕਿਉਰ ਸੌਖਾ ਹੋ ਜਾਂਦਾ ਅਗਰ ਇਹਨਾਂ ਦੀ ਡਿਟੈਕਸ਼ਨ ਅਰਲੀ ਹੋ ਜੇ। ਅਵੋਇਡਿੰਗ ਸੈਕਸ਼ੂਅਲ, ਹੁਣ ਇਹ ਆਪਾਂ ਇਹਨਾਂ ਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਆ, ਮਲਟੀਪਲ ਪਾਰਟਨਰਸ ਦੇ ਨਾਲ, ਠੀਕ ਹੈ, ਜਾਂ ਨੋਨ ਪਾਰਟਨਰਸ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਤੋਂ ਪ੍ਰੀਵੈਂਟ ਕਰਨਾ, ਕੰਡਮਸ ਨੂੰ ਕੁਆਟਰਸ ਦੇ ਵੇਲੇ ਯੂਜ਼ ਕਰਨਾ, ਤੇ ਕੁਝ ਸਿੰਪਲ ਪ੍ਰੀਕਾਸ਼ਨਸ ਲੈ ਕੇ ਆਪਾਂ ਕੀ ਆ STIs ਤੋਂ ਬਚ ਸਕਦੇ ਹਾਂ। ਇਨਐਬਿਲਿਟੀ ਟੂ ਕਨਸੀਵ ਟੂ ਪ੍ਰੋਡਿਊਸ ਚਿਲਡਰਨ ਈਵਨ ਆਫਟਰ 2 years ਆਫ ਅਨਪ੍ਰੋਟੈਕਟਡ ਸੈਕਸ਼ੂਅਲ ਕੋਹੈਬਿਟੇਸ਼ਨ, ਠੀਕ ਹੈ। ਇਹ ਉੱਥੇ ਨਹੀਂ ਲਿਖਿਆ ਹੋਇਆ ਸੀਗਾ ਕਿ ਈਵਨ ਆਫਟਰ 2 years, ਇੱਥੇ ਨਹੀਂ ਲਿਖਿਆ ਹੋਇਆ, ਠੀਕ ਆ। ਇਹਦੇ ਸਿਰਫ ਇੱਥੇ ਲਿਖਿਆ ਹੈ ਅਨਪ੍ਰੋਟੈਕਟਡ ਸੈਕਸ਼ੂਅਲ ਕੋਹੈਬਿਟੇਸ਼ਨ। ਇੱਥੇ ਤੁਹਾਨੂੰ ਸਹੀ ਦਿੱਤਾ ਗਿਆ ਕਿ ਅਗਰ ਤੁਸੀਂ 2 ਸਾਲਾਂ ਤੋਂ ਵੀ ਅਨਪ੍ਰੋਟੈਕਟਡ ਸੈਕਸ਼ੂਅਲ ਕੋਹੈਬਿਟੇਸ਼ਨ ਕਰ ਰਹੇ ਹੋ, ਫਿਰ ਵੀ ਕੰਸੀਵ ਨਹੀਂ ਕਰ ਪਾ ਰਹੇ ਹੋ ਜਾਂ ਬੱਚਾ ਨਹੀਂ ਕਰ ਪਾ ਰਹੇ ਹੋ, ਤਾਂ ਉਦੋਂ ਆਪਾਂ ਕਹਾਂਗੇ ਕਿ ਇਹ ਫਰਟੀਲਿਟੀ ਆ, ਤੇ ਕਪਲ ਇਜ਼ ਇਨਫਰਟਾਈਲ। ਵੇਰੀਅਸ ਮੈਥਡਸ ਆਰ ਨਾਓ ਅਵੇਲੇਬਲ ਟੂ ਹੈਲਪ ਸਚ ਕਪਲਸ, ਠੀਕ ਹੈ। ਤੇ ਹੁਣ ਕਪਲਸ ਨੂੰ ਹੈਲਪ ਕਰਨ ਦੇ ਲਈ ਕਾਫੀ ਜ਼ਿਆਦਾ ਮੈਥਡਸ ਜਿਹੜੇ ਆ ਅਵੇਲੇਬਲ ਹੈਗੇ ਆ। ਇਨ ਵਿਟਰੋ ਫਰਟੀਲਾਈਜੇਸ਼ਨ ਫੋਲੋਡ ਬਾਈ ਟ੍ਰਾਂਸਫਰ ਆਫ ਐਪਰੀਓ ਇਨਟੂ ਦ ਫੀਮੇਲ ਜੈਨਾਈਟਲ ਟ੍ਰੈਕਟ ਇਜ਼ ਵਨ ਸਚ ਮੈਥਡ ਐਂਡ ਇਜ਼ ਕਾਮਨਲੀ ਨੋਨ ਐਜ਼ ਟੈਸਟ ਟਿਊਬ ਬੇਬੀ ਪ੍ਰੋਗਰਾਮ। ਟੈਸਟ ਟਿਊਬ ਬੇਬੀ ਪ੍ਰੋਗਰਾਮ ਕੀ ਹੁੰਦਾ ਕਿ ਫਰਟੀਲਾਈਜੇਸ਼ਨ ਕਰਵਾਉਣੀ ਆਊਟਸਾਈਡ ਦਾ ਬੋਡੀ, ਫਿਰ ਉਹਦੇ ਬਾਅਦ ਜਿਹੜਾ ਐਬਰੀਓ ਆ ਉਹਨੂੰ ਕੀ ਕਰਨਾ, ਟ੍ਰਾਂਸਫਰ ਕਰ ਦੇਣਾ ਇਨਟੂ ਦ ਫੀਮੇਲ ਯੂਟਰਸ ਜੈਨਾਈਟਲ ਟ੍ਰੈਕਟ ਦਾ ਫੈਲੋਪੀਅਨ ਟਿਊਬ, ਠੀਕ ਹੈ। ਤੇ ਹੁਣ ਆਪਾਂ ਕਹਿੰਦੇ ਟੈਸਟ ਟਿਊਬ ਬੇਬੀ ਪ੍ਰੋਗਰਾਮ। ਸੋ ਦਿਸ ਵਾਜ਼ ਦ ਚੈਪਟਰ। ਆਈ ਹੋਪ ਯੂ ਲਾਈਕ ਦ ਵੀਡੀਓ। ਇਫ ਯੂ ਲਾਈਕਡ ਇਟ ਦੈਨ ਪਲੀਜ਼ ਲਾਈਕ ਇਟ ਆਲਸੋ, ਠੀਕ ਹੈ, ਸ਼ੇਅਰ, ਸਬਸਕ੍ਰਾਈਬ ਐਂਡ ਕਮੈਂਟ ਹਾਊ ਇਟ ਵਾਜ਼। ਥੈਂਕਸ ਫॉर वाचिंग।